ਸਿਟਿੰਗ ਪੰਜਾਬ ਦੇ ਮੇਗਾ ਸ਼ੋਅ ਏਜੰਡਾ ਪੰਜਾਬ 'ਚ ਲਗਾਤਾਰ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਨੇ, ਵਿਰੋਧੀ ਪਾਰਟੀਆਂ ਤੋਂ ਸਵਾਲ ਪੁੱਛੇ ਜਾ ਰਹੇ ਨੇ। ਹੁਣ ਏਜੰਡਾ ਪੰਜਾਬ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਉਮੇਸ਼ ਨੇ ਤੇ ਨਾਲ ਹੀ ਨਾਲ ਬੀਜੇਪੀ ਦੇ ਦੋ ਸੀਨੀਅਰ ਲੀਡਰ ਜੀਵਨ ਗੁਪਤਾ ਤੇ ਸੁਭਾਸ਼ ਸ਼ਰਮਾ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਹਨਾਂ ਤੋਂ ਪੁੱਛਾਂਗੇ ਕਿ ਪੰਜਾਬ ਨੂੰ ਲੈ ਕੇ ਇਹਨਾਂ ਦਾ ਏਜੰਡਾ ਕੀ ਹੈ। ਬਹੁਤ ਬਹੁਤ ਸਵਾਗਤ ਹੈ। ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਗੁਪਤਾ ਜੀ, ਪਿਛਲਾ 1 ਸਾਲ ਬੀਜੇਪੀ ਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਲੈ ਕੇ ਆਇਆ। ਹੁਣ ਜਦੋਂ ਕਾਨੂੰਨ ਵਾਪਸ ਹੋ ਗਏ ਨੇ, ਇਸ ਵੇਲੇ ਏਜੰਡਾ ਕੀ ਹੈ ਤੁਹਾਡਾ ਪੰਜਾਬ ਨੂੰ ਲੈ ਕੇ? ਦੇਖੋ ਪੰਕਜ ਜੀ, ਇਸ ਤਰ੍ਹਾਂ ਹੈ ਕਿ ਪਿਛਲੇ ਦਿਨਾਂ ਦੇ ਜਦੋਂ ਪਿਛਲੇ ਸਾਲ ਇਹ ਕਾਨੂੰਨ ਆਏ ਸੀਗੇ, ਉਹਦੇ ਨਾਲ ਨਾਲ ਕਰੋਨਾ ਵੀ ਚੱਲਿਆ, ਪੂਰੇ ਦੁਨੀਆ 'ਚ ਚੱਲਿਆ, ਪੰਜਾਬ 'ਚ ਵੀ ਚੱਲਿਆ, ਦੇਸ਼ 'ਚ ਵੀ ਚੱਲਿਆ। ਔਰ ਮੈਂ ਸਮਝਦਾ ਕਿ ਜਿੱਥੇ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਜੀ ਨੇ ਇੱਕ ਵੱਡਾ ਫੈਸਲਾ ਕੀਤਾ ਹੈ, ਖਾਸ ਕਰਕੇ ਪੰਜਾਬ ਨੂੰ ਧਿਆਨ 'ਚ ਰੱਖਦੇ ਹੋਏ, ਉਹਦੇ ਨਾਲ ਨਾਲ ਕਰੋਨਾ ਦੇ ਉੱਪਰ ਵੀ ਸਾਡਾ ਹੁਣ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਸ ਢੰਗ ਨਾਲ ਕਰੋਨਾ ਦੇ ਨਾਲ ਲੜਾਈ ਲੜੀ ਹੈ, ਔਰ ਉਸ ਤੋਂ ਬਾਅਦ ਕਰੋਨਾ ਦੇ ਵਿੱਚ ਵੀ ਅਸੀਂ ਸਮਝਦੇ ਹਾਂ ਕਿ ਅਸੀਂ ਸਾਰੇ ਭਾਰਤ ਵਾਸੀਆਂ ਨੇ ਜਿੱਤ ਪ੍ਰਾਪਤ ਕਰਨ ਦੇ ਵਿੱਚ ਕਾਫੀ ਅਸੀਂ ਅੱਗੇ ਕਦਮ ਵਧਾਇਆ ਹੈਗਾ। ਔਰ 2022 ਦੀਆਂ ਇਲੈਕਸ਼ਨ ਸਾਡੇ ਸਾਹਮਣੇ ਨੇ ਹੁਣ। ਔਰ ਜਿਹੜੀ ਖਾਸ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹੈ ਕਿ ਪੰਜਾਬ ਔਰ ਪੰਜਾਬੀ ਹੁਣ ਕੇਵਲ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਘਟਨਾਕ੍ਰਮ ਸਾਡੇ ਸਾਹਮਣੇ ਆਇਆ, ਜਿਸ ਢੰਗ ਨਾਲ ਪੰਜਾਬ ਔਰ ਪੰਜਾਬ ਦੀ ਜਨਤਾ ਨੇ ਬੀਜੇਪੀ ਦੇ ਏਜੰਡੇ ਨੂੰ, ਜਿਹੜਾ ਬੀਜੇਪੀ ਨੇ ਕਿਹਾ ਕਿ ਨਵਾਂ ਪੰਜਾਬ, ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਹਾਂ, ਉਸ ਏਜੰਡੇ ਨੂੰ ਬੜਾ ਉਹਨਾਂ ਨੇ ਇੱਕ ਉਮੀਦ ਦੀ ਨਜ਼ਰ ਨਾਲ ਦੇਖਿਆ ਹੈਗਾ। ਇੱਕ ਬੜੇ ਹੀ ਉਹਦੇ ਨਾਲ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਪਿਛਲਾ ਸਮਾਂ ਜਿਹੜਾ ਨਿਕਲਿਆ, ਉਹਦੇ ਵਿੱਚ ਜਿਸ ਢੰਗ ਨਾਲ ਜੋ ਸਾਡੀ ਪਾਰਟੀ ਨੇ ਕਿਹਾ, ਜੋ ਭਾਜਪਾ ਨੇ ਦੇਸ਼ ਵਾਸੀਆਂ ਨੂੰ ਕਿਹਾ, ਉਹਦੇ ਤੇ 100% ਅਸੀਂ ਖਰੇ ਉਤਰੇ ਹਾਂ। ਉਸੇ ਉਮੀਦ ਨਾਲ ਅੱਜ ਪੰਜਾਬੀ ਭਾਜਪਾ ਵੱਲ ਦੇਖ ਰਿਹਾ ਹੈ। ਔਰ ਉਸੇ ਉਮੀਦ ਨਾਲ ਉਹ ਕਿ ਜੋ ਭਾਜਪਾ ਕਹਿ ਰਹੀ ਹੈ, ਜਿਸ ਤਰ੍ਹਾਂ ਦਾ ਨਵਾਂ ਪੰਜਾਬ ਅਸੀਂ ਦੇਣਾ ਚਾਹ ਰਹੇ ਹਾਂ, ਉਹ ਕੇਵਲ ਅੱਜ ਭਾਰਤੀ ਜਨਤਾ ਪਾਰਟੀ ਦੇਖ ਰਹੀ ਹੈ। ਔਰ ਪੰਜਾਬੀ ਬੜੀ ਉਮੀਦ ਦੇ ਨਾਲ ਉਹਦੇ ਵੱਲ ਦੇਖ ਰਿਹਾ ਹੈ। ਲੇਕਿਨ 700 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਗਈ। ਔਰ ਹੁਣ ਜਦੋਂ ਲਗਾਤਾਰ ਬੀਜੇਪੀ ਨੂੰ ਇਹ ਕਿਹਾ ਜਾ ਰਿਹਾ ਕਿ ਕਿਸਾਨ ਵਿਰੋਧੀ ਪਾਰਟੀ ਹੈ, ਉਦਯੋਗਪਤੀਆਂ ਦੀ ਪਾਰਟੀ ਹੈ, ਤਾਂ ਇਸ ਵੇਲੇ ਕਿਸਾਨਾਂ ਲਈ ਕੋਈ ਵੱਡਾ ਤੋਹਫਾ ਕੇਂਦਰ ਸਰਕਾਰ ਐਲਾਨ ਕਰੇਗੀ ਕਿ ਮੈਂ ਸਿੱਧੇ ਤੌਰ ਤੇ ਪੁੱਛਾਂ ਤਾਂ ਕਰਜ਼ ਮਾਫ ਕੀਤਾ ਜਾਏਗਾ? ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਵੀ ਚਿੱਠੀ ਲਿਖ ਚੁੱਕੀ ਹੈ ਕਿ ਕਰਜ਼ ਮਾਫ ਕਿਸਾਨਾਂ ਦਾ ਕਰੇ ਕੇਂਦਰ ਸਰਕਾਰ। ਦੇਖੋ, ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤਾਂ ਚੰਨੀ ਸਾਹਿਬ ਨੂੰ ਮੇਰਾ ਇੱਕ ਪ੍ਰਸ਼ਨ ਹੈ ਕਿ ਵਾਅਦਾ ਤਾਂ ਉਹਨਾਂ ਦੀ ਪਾਰਟੀ ਨੇ ਕੀਤਾ ਸੀ ਕਿਸਾਨਾਂ ਦਾ ਕਰਜ਼ ਮਾਫ ਕਰਨ ਦਾ, ਤੇ ਉਹ ਪਹਿਲਾਂ ਜਿਹੜਾ ਉਹਨਾਂ ਦਾ ਵਾਅਦਾ, ਉਹ ਵਾਅਦਾ ਤਾਂ ਪੂਰਾ ਕਰਨ ਨਾ। ਪਹਿਲਾਂ ਉਹ ਆਪਣਾ ਵਾਅਦਾ ਕਰਨਗੇ ਕਿ ਉਹਨਾਂ ਨੇ 90,000 ਕਰੋੜ ਦਾ ਪੰਜਾਬ ਦੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ, ਉਹ ਉਹਨਾਂ ਦੇ 2017 ਦੇ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਹੈਗਾ, ਉਹ ਮਾਫ ਕਰਨ ਨਾ। ਫਿਰ ਉਹ ਗੱਲ ਕਰਨ ਕੇਂਦਰ ਸਰਕਾਰ ਨਾਲ, ਜਿਹੜੀ ਗੱਲ ਕਰਨ ਵਾਲੀ ਹੈ। ਜਿੱਥੋਂ ਤੱਕ ਪੰਜਾਬ ਭਾਜਪਾ ਦੀ ਸਵਾਲ ਹੈ, ਕੇਂਦਰ ਸਰਕਾਰ ਦਾ ਸਵਾਲ ਹੈ, ਕੇਂਦਰ ਸਰਕਾਰ ਹਮੇਸ਼ਾ ਕਿਸਾਨ ਹਿਤੈਸ਼ੀ ਸਰਕਾਰ ਹੈ। ਔਰ ਜਿੰਨੇ ਵੀ ਫੈਸਲੇ ਪੂਰੇ ਦੇਸ਼ ਭਰ 'ਚ ਮੋਦੀ ਜੀ ਨੇ ਕੀਤੇ ਨੇ, ਕੇਂਦਰ ਦੀ ਸਰਕਾਰ ਨੇ ਕੀਤੇ ਨੇ, ਉਹ ਹਮੇਸ਼ਾ ਕਿਸਾਨ ਹਿਤੈਸ਼ੀ ਰਹੇ ਨੇ। ਔਰ ਮੈਂ ਸਮਝਦਾ ਕਿ ਅੱਜ ਜੇ ਪੰਜਾਬ ਦੇ ਕਿਸਾਨ ਨੂੰ ਕੋਈ ਖੁਸ਼ਹਾਲੀ ਵੱਲ ਲਿਜਾ ਸਕਦਾ, ਉਹ ਕੇਵਲ ਭਾਰਤੀ ਜਨਤਾ ਪਾਰਟੀ ਹੈ, ਕੇਂਦਰ ਦੀ ਸਰਕਾਰ ਹੈ। ਔਰ ਪੰਜਾਬ ਨੂੰ ਅੱਜ ਜ਼ਰੂਰਤ ਹੈਗੀ ਹੈ। ਕਿਸਾਨਾਂ ਦਾ ਕਰਜ਼ਾ ਇੱਕ ਬਹੁਤ ਵੱਡਾ ਇਸ਼ੂ ਹੈਗਾ। ਔਰ ਇਹਦੇ ਨਾਲ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕਰਜ਼ਾਈ ਪਹਿਲਾਂ ਹੋਇਆ ਕਿਉਂ, ਇਹਦੇ ਤੇ ਵੀ ਤਾਂ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕਿਸਾਨੀ ਕਿੱਦਾਂ ਖੁਸ਼ਹਾਲ ਬਣਾਉਣੀ ਹੈ, ਉਹ ਕੇਵਲ ਭਾਜਪਾ ਕਰ ਸਕਦੀ ਹੈ, ਕੇਂਦਰ ਸਰਕਾਰ ਨਾਲ ਰਲ ਕੇ ਕਰ ਸਕਦੀ ਹੈ। ਸੁਭਾਸ਼ ਜੀ, ਕਿਵੇਂ ਕਿਸਾਨਾਂ ਲਈ ਜਿਹੜਾ ਵਾ ਹੁਣ ਕੇਂਦਰ ਸਰਕਾਰ ਸੋਚ ਰਹੀ ਹੈ ਇਸ ਵੇਲੇ? ਦੇਖੋ, ਮੈਂ ਜੀਵਨ ਜੀ ਦੀ ਗੱਲ ਨੂੰ ਅੱਗੇ ਵਧਾਉਣਾ ਹੈ। ਕਿਸਾਨਾਂ ਲਈ ਤਾਂ ਆਲਰੇਡੀ ਮੋਦੀ ਸਰਕਾਰ ਨੇ ਬਹੁਤ ਪੈਕੇਜ ਦਿੱਤੇ ਹੈ। ਅਗਰ ਅਸੀਂ ਸਿਰਫ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਗੱਲ ਕਰੀਏ ਤੇ ਪੰਜਾਬ ਦੇ 23 ਲੱਖ ਕਿਸਾਨਾਂ ਨੂੰ 24 ਅਰਬ ਰੁਪਏ ਹੁਣ ਤੱਕ ਉਹਨਾਂ ਦੇ ਖਾਤੇ 'ਚ ਆ ਚੁੱਕੇ ਹੈ। ਅਗਰ ਅਸੀਂ ਸੋਇਲ ਹੈਲਥ ਕਾਰਡ ਦੀ ਗੱਲ ਕਰੀਏ, ਅਗਰ ਅਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਗੱਲ ਕਰੀਏ, ਔਰ ਸਭ ਤੋਂ ਵੱਡਾ ਕੰਮ ਜਿਹੜਾ ਪੰਜਾਬ ਦੇ ਕਿਸਾਨਾਂ ਲਈ ਕੀਤਾ ਹੈ ਕਿ ਕਿਸਾਨ ਦੀ ਫਸਲ ਦੀ ਅਦਾਇਗੀ ਸਿੱਧੀ ਉਹਦੇ ਖਾਤੇ 'ਚ ਕਰਨਾ। ਦੇਖੋ, ਕਿਤੇ ਦੁਨੀਆ 'ਚ ਐਸਾ ਨਹੀਂ ਹੁੰਦਾ ਸੀ ਕਿ ਜੋ ਪ੍ਰੋਡਿਊਸ ਕਰ ਰਿਹਾ, ਜੋ ਬਣਾ ਰਿਹਾ ਹੈ, ਜਦੋਂ ਆਪਣਾ ਸਮਾਨ ਵੇਚੇ ਤੇ ਉਹਦੇ ਪੈਸੇ ਕਿਸੇ ਹੋਰ ਦੇ ਖਾਤੇ 'ਚ ਆ ਜਾਣ। ਇਹ ਚੱਲ ਰਿਹਾ ਸੀ ਸਾਲਾਂ ਸਾਲ, ਦਸ਼ਕਾਂ ਤੱਕ, ਦਹਾਕਿਆਂ ਤੱਕ ਚੱਲ ਰਿਹਾ ਸੀ। ਮੋਦੀ ਸਾਹਿਬ ਨੇ ਕਿਹਾ ਨਹੀਂ, ਇਹ ਗਲਤ ਹੈ। ਅਗਰ ਕਿਸਾਨ ਮਿਹਨਤ ਕਰ ਰਿਹਾ ਹੈ, ਕਿਸਾਨ ਫਸਲ ਬੀਜ ਰਿਹਾ ਹੈ,
ਤੇ ਜਦੋਂ ਉਹ ਫਸਲ ਵੇਚਦਾ ਹੈ ਤੇ ਉਹਦੇ ਪੈਸੇ ਉਹਦੇ ਖਾਤੇ ਸਿੱਧੇ ਕਿਉਂ ਨਾ ਆਉਣ। ਔਰ ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਇਹ ਗੱਲ ਕਹੀ ਔਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ, ਪੰਜਾਬ ਦੀ ਸਰਕਾਰ ਦਾ ਕੀ ਰਵੱਈਆ ਸੀ, ਵਿਰੋਧੀ ਧਿਰਾਂ ਦਾ ਕੀ ਰਵੱਈਆ ਸੀ। ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਵਿਰੋਧ ਕੀਤਾ। ਉਹਨੇ ਕਿਹਾ ਜੀ ਦੇਖੋ ਇਹਦੇ ਨਾਲ ਕਿਸਾਨ ਆੜ੍ਹਤੀ ਭਾਈਚਾਰੇ ਨੂੰ ਤੋੜਨਾ ਚਾਹੁੰਦੀ ਹੈ ਕੇਂਦਰ ਸਰਕਾਰ। ਆਸ਼ੂ ਜੀ ਜਿਹੜੇ ਮੰਤਰੀ ਨੇ ਉਹ ਜਾ ਕਰਕੇ ਪੀਯੂਸ਼ ਗੋਇਲ ਜੀ ਕੋਲ ਪਲੀਡ ਕਰਦੇ ਰਹੇ ਆਪਣੇ ਅਫਸਰਾਂ ਨੂੰ ਲਿਜਾ ਕੇ ਕਿ ਇਹ ਕੰਮ ਨਾ ਕਰੋ, ਲੇਕਿਨ ਸਾਡੀ ਸਰਕਾਰ ਨੇ ਪ੍ਰਤੀਬੱਧਤਾ ਦਿਖਾਈ ਕਿ ਨਹੀਂ, ਹੱਕ ਦੀ ਗੱਲ ਇਹੀ ਹੈ ਕਿ ਜਿਹਦੀ ਫਸਲ ਪੈਸਾ ਉਹਦੇ ਖਾਤੇ ਸਿੱਧਾ। ਅੱਜ ਪੰਜਾਬ ਦੇ ਕਿਸਾਨਾਂ ਦੇ ਖਾਤੇ 'ਚ ਉਹਨਾਂ ਦੀ ਫਸਲ ਦਾ ਪੈਸਾ ਸਿੱਧਾ ਆ ਰਿਹਾ ਹੈ, ਉਹਨਾਂ ਨੂੰ ਕਿਸੇ ਦੇ ਪਿੱਛੇ ਪਿੱਛੇ ਨਹੀਂ ਫਿਰਨਾ ਪੈਂਦਾ, ਚੱਕਰ ਨਹੀਂ ਲਗਾਉਣੇ ਪੈਂਦੇ ਕਿਆ ਇਹ ਕਿਸੇ ਪੈਕੇਜ ਤੋਂ ਘੱਟ ਹੈ। ਅੱਜ ਅਗਰ ਸਾਡੀ ਸਰਕਾਰ ਡਾਈਵਰਸੀਫਿਕੇਸ਼ਨ ਲਈ ਕੰਮ ਕਰ ਰਹੀ ਹੈ ਕੇਂਦਰ ਦੀ, ਅੱਜ ਅਗਰ MSP ਹਰ ਵਾਰ ਵਧਾਇਆ ਜਾ ਰਿਹਾ, ਤੁਸੀਂ MSP ਦਾ ਰਿਕਾਰਡ ਚੈੱਕ ਕਰੋ, ਬਹੁਤ ਭਰਮ ਫੈਲਾਉਂਦੇ ਰਹੇ। ਮਨਮੋਹਨ ਸਿੰਘ ਜੀ ਦੀ ਸਰਕਾਰ 'ਚ ਜੋ MSP ਵਧੀ 10 ਸਾਲਾਂ 'ਚ ਔਰ ਪਿਛਲੇ 7 ਸਾਲਾਂ 'ਚ ਜੋ MSP ਵਧੀ, 2.5 ਗੁਣਾ ਦਾ ਫਰਕ ਹੈ। ਹੁਣ ਤੱਕ MSP 'ਚ ਕੀ ਸੀ, ਇੱਕ ਹੋਰ ਵੱਡੀ ਗੱਲ ਜਿਹੜਾ ਇਸ ਨੂੰ ਉਹ ਵੀ ਪੈਕੇਜ ਤੋਂ ਘੱਟ ਨਹੀਂ ਹੈ। ਕਿਸਾਨਾਂ ਦੀ ਇੱਕ ਮੰਗ ਸੀ, ਬਹੁਤ ਸਾਰੇ ਸਾਡੇ ਸਾਥੀ ਵੀ ਕਹਿੰਦੇ ਆ ਸਵਾਮੀਨਾਥਨ ਕਮੇਟੀ ਦੀ ਗੱਲ ਕਰਦੇ ਆ। ਸਵਾਮੀਨਾਥਨ ਕਮੇਟੀ ਦੀਆਂ ਜਿਹੜੀਆਂ ਮੁੱਖ ਸਿਫਾਰਿਸ਼ਾਂ ਸੀ ਉਹ 'ਚ ਇੱਕ ਇਹ ਵੀ ਸੀ ਕਿ ਤੁਸੀਂ MSP ਨੂੰ ਲਾਗਤ ਮੁੱਲ ਨਾਲ ਜੋੜੋ। ਕਿਸੇ ਸਰਕਾਰ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ। ਮਨਮੋਹਨ ਸਿੰਘ ਜੀ 10 ਸਾਲ ਫਾਈਲ ਦੱਬ ਕੇ ਬੈਠੇ ਰਹੇ। ਸਾਡੀ ਸਰਕਾਰ ਆਈ ਪ੍ਰਧਾਨ ਮੰਤਰੀ ਜੀ ਦੀ, ਅਸੀਂ MSP ਨੂੰ ਲਾਗਤ ਮੁੱਲ ਨਾਲ ਜੋੜਨ ਦਾ ਕਾਨੂੰਨ ਲੈ ਕੇ ਆਏ। ਅੱਜ ਉਹ ਕਾਨੂੰਨੀ ਰੂਪ ਲੈ ਚੁੱਕਿਆ ਕਿ ਤੁਹਾਨੂੰ MSP ਜਿਹੜੀ ਉਹ ਲਾਗਤ ਮੁੱਲ ਦਾ 1.5 ਗੁਣਾ ਦੇਣੀ ਪੈਣੀ ਹੈ। ਹੁਣ ਕਿਸਾਨ MSP ਲਈ ਮਰਜ਼ੀ ਤੇ ਨਿਰਭਰ ਨਹੀਂ ਹੈ। ਕਿਆ ਇਹ ਕਿਸਾਨ ਦੇ ਹਿਤੈਸ਼ੀ ਫੈਸਲਾ ਨਹੀਂ ਹੈ? ਚਾਹੇ ਅਸੀਂ ਪ੍ਰਧਾਨ ਮੰਤਰੀ ਜੀ ਨੇ ਪਰਸੋਂ ਇੱਕ ਬਹੁਤ ਬੜਾ ਕਾਰਿਆਕਰਮ ਕੀਤਾ, ਕਿਹਾ ਕਿ ਆਰਗੈਨਿਕ ਫਾਰਮਿੰਗ ਵੱਲ, ਨੈਚੁਰਲ ਫਾਰਮਿੰਗ ਵੱਲ ਜਾਓ। ਪੰਜਾਬ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ 'ਚ ਅਸੀਂ ਦੇਖ ਰਹੇ ਹਾਂ ਕਿ ਕੈਮੀਕਲਸ ਦੇ ਕਰਕੇ, ਫਰਟੀਲਾਈਜ਼ਰਸ ਦੇ ਕਰਕੇ, ਪੈਸਟੀਸਾਈਡਸ ਦੇ ਕਰਕੇ ਸਾਡੀ ਜ਼ਮੀਨ ਜ਼ਹਿਰੀਲੀ ਹੋ ਗਈ, ਸਾਡਾ ਪਾਣੀ ਜ਼ਹਿਰੀਲਾ ਹੋ ਗਿਆ, ਸਾਡੀ ਹਵਾ ਜ਼ਹਿਰੀਲੀ ਹੋ ਗਈ। ਪੂਰਾ ਸਾਡੀ ਮਾਲਵਾ ਬੈਲਟ ਕੈਂਸਰ ਦੀ ਮਹਾਮਾਰੀ ਨਾਲ ਗ੍ਰਸਤ ਹੈ। ਉਸ ਤੋਂ ਮੁਕਤੀ ਦਿਲਾਉਣ ਦਾ ਕੰਮ ਆਰਗੈਨਿਕ ਫਾਰਮਿੰਗ ਨਾਲ ਸਪੈਸ਼ਲ ਬਿਲਕੁਲ ਹੋਏ, ਬਿਲਕੁਲ ਮੈਂ ਕਹਿੰਦਾ ਬਿਲਕੁਲ ਹੋਏਗਾ। ਔਰ ਇਹ ਪੈਕੇਜ ਸਿਰਫ ਪੰਜਾਬ ਲਈ ਕਿਉਂ, ਪੂਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਹੋ ਰਿਹਾ। ਸਾਡੀ ਸਰਕਾਰ ਦੀ ਪ੍ਰਤੀਬੱਧਤਾ ਹਿੰਦੁਸਤਾਨ ਦੇ ਕਿਸਾਨ ਲਈ ਹੈ। ਔਰ ਮੈਂ ਅੱਜ ਵੀ ਇਸ ਗੱਲ ਨੂੰ ਕਹਿ ਰਿਹਾ ਕਿ ਕੋਈ ਵਿਰੋਧੀ ਧਿਰ ਜਿਸ ਮਰਜ਼ੀ ਪਲੇਟਫਾਰਮ ਤੇ ਆ ਕੇ ਸਾਡੇ ਨਾਲ ਡਿਬੇਟ ਕਰ ਲਏ, ਬਹਿਸ ਕਰ ਲਏ ਸਾਰਵਜਨਿਕ ਰੂਪ 'ਚ ਕਿ ਉਹਨਾਂ ਦੀਆਂ ਸਰਕਾਰਾਂ ਨੇ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੀਆਂ, ਚਾਹੇ ਉਹ ਸੂਬੇ ਦੀਆਂ ਸਰਕਾਰਾਂ ਹੈ, ਉਹਨਾਂ ਨੇ ਕਿਸਾਨਾਂ ਲਈ ਕੀ ਕੀਤਾ। ਔਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਾਂ ਸਾਡੀਆਂ ਸੂਬਾ ਸਰਕਾਰਾਂ, ਤੁਸੀਂ ਹਰਿਆਣਾ ਦੇਖ ਲਓ, ਹਰਿਆਣੇ 'ਚ ਸਾਡੀ ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਕਿੰਨੀਆਂ ਫਸਲਾਂ ਤੇ ਜ਼ਿਆਦਾ MSP ਦੇ ਰਹੀ ਹੈ ਪੰਜਾਬ ਨਾਲੋਂ। ਉਹਨਾਂ ਦੀਆਂ ਕਿੰਨੀ ਪ੍ਰਕਾਰ ਦੀਆਂ ਨਵੀਆਂ ਸਕੀਮਾਂ, ਚਾਹੇ ਉਹ ਭਵੰਤਰ ਸਕੀਮ ਨੂੰ ਲਾਗੂ ਕਰਨ ਦੀ ਗੱਲ ਹੋਵੇ, ਕਿਸ ਪ੍ਰਕਾਰ ਉੱਥੇ ਕਿਸਾਨ ਔਰ ਕਿਸਾਨੀ ਲਈ ਕੰਮ ਹੋ ਰਹੇ ਹੈ। ਮੱਧ ਪ੍ਰਦੇਸ਼ ਦੀ ਸਰਕਾਰ ਦੇਖ ਲਓ, ਗੁਜਰਾਤ ਦੀ ਸਰਕਾਰ ਦੇਖ ਲਓ, ਉੱਥੋਂ ਦੀ ਐਗਰੀਕਲਚਰ ਦੀ ਗਰੋਥ ਦੇਖ ਲਓ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਪਬਲਿਕ ਡੋਮੇਨ 'ਚ ਨੇ, ਇਹ ਜਿਹੜੇ ਤੁਹਾਨੂੰ ਮੈਂ ਤੱਥ ਤੁਹਾਡੇ ਸਾਹਮਣੇ ਰੱਖ ਰਿਹਾ, ਪਬਲਿਕ ਡੋਮੇਨ ਦੇ ਤੱਥ ਨੇ। ਸੁਭਾਸ਼ ਜੀ, ਇੱਕ ਸਵਾਲ ਇਹ ਵੀ ਹੈ, ਜੀਵਨ ਜੀ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਪਾਰਟੀ ਹੈ, ਤੁਸੀਂ ਸਾਰੀ ਸਕੀਮਾਂ ਗਿਣਵਾਈਆਂ, ਕਿਸਾਨਾਂ ਦੇ ਖਾਤੇ ਵਿੱਚ ਡਾਇਰੈਕਟ ਪੈਸੇ। ਮੈਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ, ਉਹਨਾਂ ਦਾ ਇੱਕ ਬਿਆਨ ਪੜ੍ਹ ਰਿਹਾ ਸੀ। ਉਹ ਕਹਿ ਰਹੇ ਨੇ ਕਿ ਹੋ ਸਕਦਾ ਸਾਡੇ ਫੈਸਲੇ ਗਲਤ ਹੋਣ ਲੇਕਿਨ ਸਾਡੀ ਨੀਅਤ ਸਾਫ਼ ਹੈ। ਇਹ ਜਿਹੜੀ ਲਾਈਨ ਹੁਣ ਚੂਜ਼ ਕਰ ਰਹੀ ਹੈ BJP, ਇਲੈਕਸ਼ਨ ਵੀ ਨੇ, ਇਲੈਕਸ਼ਨ ਮੋਡ ਵਿੱਚ ਨੇ, ਤੁਹਾਨੂੰ ਕੀ ਲੱਗਦਾ ਕਿ ਫੈਸਲੇ ਜਦੋਂ ਇਹ ਮੰਨਣ ਲੱਗ ਜਾਣ ਕਿ ਹਾਂ ਕੁਝ ਫੈਸਲੇ ਗਲਤ ਹੋ ਸਕਦੇ ਨੇ, ਕਿਤੇ ਨਾ ਕਿਤੇ ਲੱਗਦਾ ਵੀ ਤੁਸੀਂ ਕਿਸਾਨਾਂ ਨੂੰ ਉਹ ਸੌਫਟ ਕਾਰਨਰ ਉਹ ਦੱਸਣਾ ਚਾਹ ਰਹੇ ਹੋ ਕਿ ਨਹੀਂ, ਪਾਰਟੀ ਤੁਹਾਡੇ ਨਾਲ ਖੜੀ ਹੈ? ਦੇਖੋ, ਸਾਡੀ ਪਾਰਟੀ ਤੇ ਹਮੇਸ਼ਾ ਤੋਂ ਇਹ ਗੱਲ ਕਹਿੰਦੀ ਰਹੀ ਹੈ। ਤੁਹਾਨੂੰ ਧਿਆਨ 'ਚ ਹੋਏਗਾ, ਲੈਂਡ ਐਕੁਈਜ਼ੀਸ਼ਨ ਆਰਡੀਨੈਂਸ ਆਇਆ, ਐਕਟ ਆਇਆ, ਅਸੀਂ ਵਾਪਸ ਲਿਆ। ਇਹ ਖੇਤੀ ਕਾਨੂੰਨ ਬਣੇ, ਅਸੀਂ ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ। ਪ੍ਰਧਾਨ ਮੰਤਰੀ ਜੀ ਨੇ ਜਿਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਕਿ ਸਾਡੇ ਜਿਹੜੀ ਭਾਵਨਾ ਸੀ ਉਹ ਦੀ ਲੋਹ ਵਾਂਗੂ ਪਵਿੱਤਰ ਸੀ, ਅਸੀਂ ਨਹੀਂ ਸਮਝਾ ਸਕੇ, ਅਸੀਂ ਵਾਪਸ ਲੈ ਲਿਆ, ਅਸੀਂ ਜ਼ਿੱਦ ਨਹੀਂ ਕੀਤੀ। ਹੁਣ ਮੈਂ ਤੁਹਾਨੂੰ ਅੱਜ ਹੋਰ ਕਹਿ ਰਿਹਾ, ਤੁਸੀਂ ਇਤਿਹਾਸ 'ਚ ਜਾਓ, ਹਿੰਦੁਸਤਾਨ 'ਚ ਬੜੇ ਵੱਡੇ ਕਿਸਾਨ ਅੰਦੋਲਨ ਹੋਏ, ਉਹਨਾਂ ਕਿਸਾਨ ਅੰਦੋਲਨਾਂ ਨੂੰ ਕਿੱਦਾਂ ਦਬਾਇਆ ਗਿਆ, ਇਹਦਾ ਵੀ ਇਤਿਹਾਸ ਸਾਖੀ ਹੈ। ਲੇਕਿਨ ਸਾਡੀ ਸਰਕਾਰ ਨੇ, ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗ ਕੇ ਵਿਨਮਰਤਾ ਦੇ ਨਾਲ ਕਾਨੂੰਨ ਵਾਪਸ ਵੀ ਲਏ। ਬਾਕੀ ਮੰਗਾਂ ਤੇ ਵੀ ਅਸੀਂ ਸੁਹਿਰਦਤਾ ਨਾਲ ਵਿਚਾਰ ਕਰ ਰਹੇ ਹਾਂ। ਸਾਡਾ ਏਜੰਡਾ ਇੱਕ ਹੀ ਹੈ, ਕਿਸਾਨਾਂ ਦੀ ਭਲਾਈ। ਸਾਡਾ ਏਜੰਡਾ ਇੱਕ ਹੀ ਹੈ, ਕਿਸਾਨਾਂ ਦੀ ਆਮਦਨੀ। ਦੇਰ ਕਿਉਂ ਲੱਗੀ? 1 ਸਾਲ ਦਾ ਸਮਾਂ ਹੈ, 700 ਕਿਸਾਨਾਂ ਦੀ ਮੌਤ, ਇਹ ਵੀ ਤਾਂ ਸਵਾਲ ਇਸ ਕਰਕੇ ਲੱਗੀ ਕਿ ਅਸੀਂ ਸਮਝਾਉਣਾ ਚਾਹੁੰਦੇ ਸੀ, ਕਿਉਂਕਿ ਅਸੀਂ ਬਣਾਏ ਕਿਸਾਨਾਂ ਦੀ ਭਲਾਈ ਲਈ ਸੀ। ਔਰ ਤੁਹਾਨੂੰ ਮੈਂ ਅੱਜ ਵੀ ਇੱਕ ਗੱਲ ਕਹਿ ਰਿਹਾ, ਸਾਡਾ ਏਜੰਡਾ ਉਹੀ ਹੈ। ਉਹ ਠੀਕ ਹੈ ਕਿ ਸਹਿਮਤੀ ਨਹੀਂ ਬਣ ਸਕੀ, ਉਹ ਠੀਕ ਹੈ ਕਿ ਅਸੀਂ ਸਮਝਾ ਨਹੀਂ ਸਕੇ, ਵਾਪਸ ਲੈ ਲਏ, ਲੇਕਿਨ ਅਸੀਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਹਰ ਹੀਲਾ ਅਪਣਾਇਆ। ਔਰ ਅੱਗੇ ਵੀ ਕ੍ਰਿਸ਼ੀ ਖੇਤਰ 'ਚ ਬਦਲਾਵਾਂ ਦੀ ਲੋੜ ਹੈ, ਖੇਤੀ ਖੇਤਰ 'ਚ ਸੁਧਾਰਾਂ ਦੀ ਵੀ ਲੋੜ ਹੈ, ਕਿਉਂਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਾਨੂੰਨ ਵਾਪਸ ਹੋਣ ਨਾਲ ਨਹੀਂ ਰੁਕਣ ਵਾਲੀਆਂ। ਕਿਸਾਨਾਂ ਤੇ ਚੜਿਆ ਕਰਜ਼ਾ ਕਾਨੂੰਨ ਵਾਪਸ ਹੋਣ ਨਾਲ ਨਹੀਂ ਉਤਰਨ ਵਾਲਾ। ਉਹਦੇ ਲਈ ਜਿਸ ਪ੍ਰਕਾਰ ਦੇ ਵੀ ਸੁਧਾਰ ਚਾਹੀਦੇ ਹੋਣਗੇ, ਸਰਕਾਰ ਹੁਣ ਸਹਿਮਤੀ ਬਣਾ ਕੇ ਹੋਰ ਜ਼ਿਆਦਾ ਡਾਇਲੋਗ ਕਰੇਗੀ, ਹੋਰ ਜ਼ਿਆਦਾ ਕੰਸੈਂਸਸ ਬਣਾਏਗੀ।
ਲੇਕਿਨ ਸਾਡਾ ਏਜੰਡਾ ਕਿਸਾਨਾਂ ਦੀ ਭਲਾਈ ਦਾ ਉਹ ਜਾਰੀ ਰਹੇਗਾ। ਜੀਵਨ ਜੀ, ਤੁਹਾਡੇ ਕੋਲ ਇੱਕ ਮੌਕਾ ਹੈ, ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਹੈ। ਪੰਜਾਬ ਨੂੰ ਅੱਜ ਤੱਕ ਪੂਰੀ ਰਾਜਧਾਨੀ ਨਹੀਂ ਮਿਲ ਪਾਈ। ਚੰਡੀਗੜ੍ਹ ਅੱਜ ਵੀ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਹੈ। ਕੀ ਕੇਂਦਰ ਸਰਕਾਰ ਪੰਜਾਬ ਨੂੰ ਪੂਰੀ ਰਾਜਧਾਨੀ ਚੰਡੀਗੜ੍ਹ ਦੇਵੇਗੀ? ਦੇਖੋ, ਇਹ ਬੜਾ ਪੁਰਾਣਾ ਇੱਕ ਮੰਗ ਚੱਲੀ ਆ ਰਹੀ ਹੈ ਕਿ ਪੰਜਾਬ ਦੀ ਰਾਜਧਾਨੀ ਇੰਡੀਵਿਜੂਅਲ ਇਕੱਲੇ ਤੌਰ ਤੇ ਹੋਣੀ ਚਾਹੀਦੀ ਹੈ, ਔਰ ਅਸੀਂ ਵੀ ਆਪਣੇ ਤੌਰ ਤੇ ਪੰਜਾਬੀ ਹੋਣ ਦੇ ਨਾਤੇ ਇਸ ਗੱਲ ਨੂੰ ਮੰਨਦੇ ਹਾਂ ਕਿ ਪੰਜਾਬ ਦੀ ਰਾਜਧਾਨੀ ਹੋਣੀ ਚਾਹੀਦੀ ਹੈ। ਪਰ ਅਸੀਂ ਇਸ ਗੱਲ ਦੀ ਵੀ ਤੇ ਨਾ ਵੀ ਖੜੀ ਹੈ ਕਿ ਚੰਡੀਗੜ੍ਹ ਹੀ ਕਿਉਂ, ਪੰਜਾਬ ਦੀ ਰਾਜਧਾਨੀ ਲੁਧਿਆਣਾ ਵੀ ਹੋ ਸਕਦੀ ਹੈ, ਪੰਜਾਬ ਦੀ ਰਾਜਧਾਨੀ ਜਲੰਧਰ ਵੀ ਹੋ ਸਕਦੀ ਹੈ। ਸੋ ਮੈਂ ਇਹ ਸਮਝਦਾ ਕਿ ਅੱਜ ਰਾਜਧਾਨੀ ਇੱਕ ਵਿਸ਼ਾ ਹੈਗਾ, ਪਰ ਅੱਜ ਜਿਸ ਢੰਗ ਨਾਲ ਪੰਜਾਬ ਸਾਡਾ ਪਿਛੜ ਗਿਆ ਹੈਗਾ, ਪੰਜਾਬ ਅੱਜ ਨਿਚਲੇ ਪਾਏਦਾਨ ਤੋਂ ਦੂਸਰੇ ਨੰਬਰ ਤੇ ਹੈ। ਨਿਚਲੇ ਪਾਏਦਾਨ ਤੋਂ ਅਸੀਂ ਪੰਜਾਬ ਨੂੰ ਪਹਿਲਾਂ ਅੱਗੇ ਲੈ ਕੇ ਆਉਣ ਦੀ ਗੱਲ ਕਰੀਏ, ਪੰਜਾਬ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣ ਦੀ ਗੱਲ ਕਰੀਏ। ਦੇਖੋ, ਆ ਬਾਕੀ ਪੋਲੀਟੀਕਲ ਪਾਰਟੀਆਂ ਅੱਜ ਜਿਸ ਤਰ੍ਹਾਂ ਜਿਹੜੀ ਮੌਜੂਦਾ ਸਰਕਾਰ ਹੈ, ਜਿਸ ਢੰਗ ਨਾਲ ਉਹ ਝੜੀ ਲਗਾ ਰਹੀ ਹੈ ਘੋਸ਼ਣਾਵਾਂ ਕਰਨ ਦੀ, ਜਾਂ ਸ਼੍ਰੋਮਣੀ ਅਕਾਲੀ ਦਲ ਘੋਸ਼ਣਾਵਾਂ ਕਰ ਰਿਹਾ ਹੈ, ਜਾਂ ਇੱਕ ਉਹ ਦਿੱਲੀ ਵਾਲੇ ਆ ਕੇ ਇੱਥੇ ਘੋਸ਼ਣਾਵਾਂ ਕਰ ਰਹੇ ਨੇ, ਤੁਸੀਂ ਇਹ ਦੱਸੋ ਵੀ ਇਹਦੇ 'ਚ ਨਾ ਤਾਂ ਕੋਈ ਪੰਜਾਬੀ ਵਿਸ਼ਵਾਸ ਕਰ ਰਿਹਾ ਔਰ ਨਾ ਹੀ ਇਹ ਚੀਜ਼ਾਂ ਪੂਰੀਆਂ ਹੋਣ ਵਾਲੀਆਂ ਹੈਗੀਆਂ। ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਤੇ ਕੋਈ ਫੈਸਲਾ ਲਿੱਤਾ ਜਾ ਸਕਦਾ? ਦੇਖੋ, ਇਹਦੇ ਤੇ ਮੈਂ ਸਮਝਦਾ ਕਿ ਕੋਈ ਵੀ ਗੱਲ ਕਹਿਣੀ ਬੜੀ ਜਲਦਬਾਜ਼ੀ ਹੈ, ਔਰ ਅੱਜ ਜਿਹੜੀ ਮੈਂ ਪੰਕਜ ਜੀ ਤੁਹਾਨੂੰ ਫਿਰ ਉਹੀ ਗੱਲ ਕਰ ਰਿਹਾ ਕਿ ਇਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜੇ ਇੱਕ ਪੋਲੀਟੀਕਲ ਪਾਰਟੀ ਇਹ ਗੱਲ ਕਰ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਨੂੰ ਬਾਹਰ ਭੇਜਣ ਵਾਸਤੇ ਲੋਨ ਦੇਵਾਂਗੇ, ਕਿਉਂ ਨਹੀਂ ਕਿ ਪੰਜਾਬ ਦੇ ਨੌਜਵਾਨ ਨੂੰ ਇੱਥੇ ਨੌਕਰੀ ਮਿਲੇ, ਇੱਥੇ ਉਹਦੇ ਰੋਜ਼ਗਾਰ ਇੱਥੇ ਕਿਉਂ ਨਹੀਂ ਪੰਜਾਬ 'ਚ ਪੈਦਾ ਹੋ ਸਕਦੇ? ਉਹਨੂੰ ਇੱਥੇ ਰੋਜ਼ਗਾਰ ਪੈਦਾ ਹੋਣੇ ਚਾਹੀਦੇ ਆ। ਜੇ ਇੱਕ ਪਾਰਟੀ ਕਹਿ ਰਹੀ ਹੈ ਕਿ ਅਸੀਂ ਮਹਿਲਾਵਾਂ ਨੂੰ 1000 ਰੁਪਈਆ ਦੇਵਾਂਗੇ, ਵੀ ਮਹਿਲਾਵਾਂ ਨੂੰ ਇੱਥੇ ਉਹਨਾਂ ਦੇ ਆਤਮ ਨਿਰਭਰ ਬਣਨ, ਇਹਦੇ ਤੇ ਵਿਚਾਰ ਕਿਉਂ ਨਹੀਂ ਕੀਤਾ ਜਾ ਰਿਹਾ ਹੈਗਾ? ਔਰ ਇਸੇ ਤਰ੍ਹਾਂ ਜਿਹੜੀਆਂ ਜਿਸ ਢੰਗ ਨਾਲ ਕਾਂਗਰਸ ਕੰਮ ਕਰ ਰਹੀ ਹੈ, ਜਿਹਨੇ ਅੱਜ 5 ਸਾਲ ਦਾ ਸਮਾਂ ਉਹਦੇ ਕੋਲ ਨਿਕਲ ਕੇ ਗਿਆ, ਉਹਨਾਂ ਨੇ ਪੌਣੇ 5 ਸਾਲ ਕੋਈ ਕੰਮ ਨਹੀਂ ਕੀਤਾ, ਕੁਝ ਦਿੱਤਾ ਨਹੀਂ ਪੰਜਾਬੀਆਂ ਨੂੰ। ਅੱਜ ਕੇਵਲ ਘੋਸ਼ਣਾਵਾਂ ਕਰ ਰਹੇ ਨੇ, ਜੇ ਸਾਡੀ ਸਰਕਾਰ ਦੁਬਾਰਾ ਲਿਆ ਦਾਂਗੇ ਤੇ ਅਸੀਂ ਇਹ ਕਰ ਦਾਂਗੇ। ਇਹ ਪੰਜਾਬ ਦੀ ਜਨਤਾ ਵਾਸਤੇ ਇੱਕ ਵੱਡਾ ਪ੍ਰਸ਼ਨ ਹੈਗਾ। ਤੁਸੀਂ ਕਿਹਾ ਪੌਣੇ 5 ਸਾਲ ਕੁਝ ਨਹੀਂ ਕੀਤਾ। ਜਿਨ੍ਹਾਂ ਨੇ ਨਹੀਂ ਕੀਤਾ, ਜਿਹੜੇ ਮੁੱਖ ਮੰਤਰੀ ਸੀ, ਉਹਨਾਂ ਨਾਲ ਤਾਂ ਤੁਸੀਂ ਹੁਣ ਅਲਾਈਅੰਸ ਕਰਨ ਜਾ ਰਹੇ ਹੋ, ਉਹਨਾਂ ਦੇ ਨਾਲ ਕਿੰਨੀਆਂ ਸੀਟਾਂ ਦਿਓਗੇ? ਕਿਉਂਕਿ ਅਜੇ ਤੱਕ ਬੀਜੇਪੀ ਮਹਿਜ਼ 23 ਸੀਟਾਂ ਤੇ ਚੋਣ ਲੜਦੀ ਸੀਗੀ, ਹੁਣ ਵੱਡੇ ਭਰਾ ਦੀ ਭੂਮਿਕਾ 'ਚ ਰਹੇਗੀ। ਅਗਰ ਮੈਂ ਕਹਾਂ ਕਿ 70-80 ਸੀਟਾਂ ਤੇ ਬੀਜੇਪੀ ਚੋਣ ਲੜੇਗੀ, 30-35 ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਦੇਖੋ, ਜਿਹੜਾ ਤੁਸੀਂ ਜਿਹੜੀ ਪਹਿਲੀ ਗੱਲ ਕਹੀ ਹੈ ਕਿ ਤੁਸੀਂ ਕੈਪਟਨ ਸਾਹਿਬ ਨਾਲ ਅਲਾਈਅੰਸ ਕਰਨ ਜਾ ਰਹੇ ਹੋ, ਉਹ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਦਾ ਜਿੰਨਾ ਵੀ ਸਮਾਂ ਪੰਜਾਬ ਦੇ ਵਿੱਚ ਲੱਗਿਆ, ਉਹ ਇੱਕ ਕਾਂਗਰਸ ਪਾਰਟੀ ਦੀ ਸਰਕਾਰ ਦੇ ਨੇਤਾ ਦੇ ਵਜੋਂ ਲੱਗਿਆ ਹੈਗਾ। ਸਰਕਾਰ ਅੱਜ ਵੀ ਕਾਂਗਰਸ ਪਾਰਟੀ ਦੀ ਚੱਲਦੀ ਪਈ ਹੈ। ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਵਾਲ ਹੈ, ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਵੀ ਸੀਗੇ, ਜਦੋਂ ਵੀ ਉਹ ਕੇਂਦਰ ਦੇ ਨਾਲ ਹਮੇਸ਼ਾ ਸੰਪਰਕ 'ਚ ਰਹਿੰਦੇ ਸੀਗੇ, ਹਮੇਸ਼ਾ ਉਹ ਹੋਮ ਮਿਨਿਸਟਰ ਸਾਹਿਬ ਨੂੰ ਵੀ ਮਿਲਦੇ ਰਹਿੰਦੇ ਸੀ ਔਰ ਪ੍ਰਧਾਨ ਮੰਤਰੀ ਜੀ ਨੂੰ ਵੀ ਮਿਲਦੇ ਰਹਿੰਦੇ ਸੀ, ਔਰ ਪੰਜਾਬ ਦੀ ਚਿੰਤਾ ਕਰਦੇ ਸੀ। ਚਿੰਤਾ ਕੀ ਕਰਦੇ ਸੀਗੇ ਕਿ ਪੰਜਾਬ ਦੇ ਜਿਹੜੀਆਂ ਸਾਡੇ ਨਾਲ ਲੱਗਦਾ ਬਾਰਡਰ ਹੈ, ਪਾਕਿਸਤਾਨ ਬਾਰਡਰ 'ਤੇ ਦੂਜੇ ਪਾਸਿਓਂ ਨਸ਼ਾ ਇੱਧਰ ਭੇਜ ਰਿਹਾ ਹੈਗਾ। ਅੱਜ ਨਸ਼ਾਗ੍ਰਸਤ ਪੰਜਾਬ ਜੇ ਸਭ ਤੋਂ ਜ਼ਿਆਦਾ ਹੋਇਆ ਤੇ ਇਹ ਪਾਕਿਸਤਾਨ ਦੀ ਦੇਣ ਹੈਗੀ ਹੈ। ਇਸ ਤੋਂ ਇਲਾਵਾ ਫੇਕ ਕਰੰਸੀ ਜਿਹੜੀ ਪਹਿਲਾਂ ਆ ਰਹੀ ਸੀ, ਚਲੋ ਉਹ ਤਾਂ ਮੁਕਾਤਾ ਮੋਦੀ ਸਾਹਿਬ ਨੇ ਕੰਮ ਜਦੋਂ ਨੋਟਬੰਦੀ ਕੀਤੀ। ਇੱਕ ਮਿੰਟ, ਮੇਰੀ ਗੱਲ ਪੂਰੀ ਹੋਣ ਦਿਓ, ਮੇਰੀ ਗੱਲ ਪੂਰੀ ਹੋਣ ਦਿਓ ਨਾ। ਦੂਸਰਾ ਇਹ ਹੈਗਾ ਕਿ ਉਧਰੋਂ ਜਿਹੜੇ ਇੰਨੇ ਸਾਰੇ ਵੈਪਨਸ ਆ ਰਹੇ ਨੇ ਜਾਂ ਡਰੋਨ ਆ ਰਹੇ ਨੇ, ਉਹਨਾਂ ਨੂੰ ਰੋਕਣ ਵਾਸਤੇ ਮੁੱਖ ਮੰਤਰੀ ਸਾਹਿਬ ਮਿਲਦੇ ਰਹੇ। ਔਰ ਇੱਕ ਮੈਂ ਸਮਝਦਾ ਕਿ ਰਾਸ਼ਟਰਵਾਦੀ ਨੇਤਾ ਦੇ ਰੂਪ ਦੇ ਵਿੱਚ ਅਮਰਿੰਦਰ ਸਿੰਘ ਜੀ ਦੀ ਛਵੀ ਜਿਹੜੀ ਹੈਗੀ ਹੈ, ਔਰ ਅਗਰ ਉਹ ਹੁਣ ਬੀਜੇਪੀ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਭਲੇ ਦਾ ਕੰਮ ਅਸੀਂ ਦੋਨੋਂ ਜਣੇ ਰਲ ਕੇ ਕਰਾਂਗੇ, ਤੇ ਮੈਂ ਸਮਝਦਾ ਇੱਕ ਬਹੁਤ ਵਧੀਆ ਅਚੀਵਮੈਂਟ ਮਿਲਣ ਵਾਲੀ ਹੈ। ਹਾਂ, ਇੱਕ ਸਵਾਲ, ਜਿੱਦਾਂ ਤੁਸੀਂ ਸੁਭਾਸ਼ ਜੀ ਕਹਿ ਰਹੇ ਨੇ ਕਿ ਰਾਸ਼ਟਰਵਾਦੀ ਛਵੀ, ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਹੋਇਆ, ਅਲਾਇੰਸ ਦੀ ਗੱਲ ਚੱਲ ਰਹੀ ਹੈ, ਇੱਕ ਇਹ ਵੀ ਬੀਜੇਪੀ ਦੇ ਹਮੇਸ਼ਾ ਲੱਗਦੇ ਰਹਿੰਦੇ ਨੇ ਕਿ ਰਾਸ਼ਟਰਵਾਦ, ਹਿੰਦੂਤਵ, RSS ਏਜੰਡਾ, ਔਰ ਕਾਫੀ ਡਿਬੇਟ ਵੀ ਚੱਲ ਰਹੀ ਹੈ। ਜੀਵਨ ਜੀ ਹੱਸ ਵੀ ਰਹੇ ਨੇ, ਇਹਨਾਂ ਦੀ ਮੁਸਕਾਨ ਕਾਫੀ ਕੁਝ ਕਹਿ ਵੀ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨੀ ਕੁ ਮੁਸ਼ਕਿਲਾਂ ਬੀਜੇਪੀ ਲਈ? ਕਿਉਂਕਿ ਪਿੰਡਾਂ 'ਚ ਪਹਿਲਾਂ ਜਿੱਦਾਂ ਤੁਹਾਨੂੰ ਵੜਨ ਦਿੱਤਾ ਗਿਆ, ਹੁਣ ਫੇਰ ਤੋਂ ਦੁਬਾਰਾ ਚਲੋ ਇਹ ਵਾਪਸ ਹੋਏ, ਤੁਸੀਂ ਜਾਓਗੇ ਇਲੈਕਸ਼ਨਾਂ ਵਿੱਚ, ਬਟ ਇਹ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਪ੍ਰਸ਼ਨ ਤਾਂ ਉੱਠਦਾ ਨਹੀਂ। ਮੈਂ ਸਮਝਦਾ ਕਿ ਜਿਹੜਾ ਸਾਡਾ ਏਜੰਡਾ ਹੈ, ਤੁਸੀਂ ਜਿਸ ਰਾਸ਼ਟਰਵਾਦ ਦੀ ਗੱਲ ਕੀਤੀ, ਉਹਦਾ ਅਗਰ 2 ਸ਼ਬਦਾਂ 'ਚ ਕਹਿਣਾ ਹੋਏ ਤੇ ਨੇਸ਼ਨ ਫਸਟ, ਭਾਰਤ ਸਭ ਤੋਂ ਪਹਿਲਾਂ, ਦੇਸ਼ ਸਭ ਤੋਂ ਪਹਿਲਾਂ, ਇਹ ਸਾਡਾ ਏਜੰਡਾ ਹੈ। ਔਰ ਇਸ ਏਜੰਡੇ ਨੂੰ ਲੈ ਕੇ ਅਸੀਂ ਦੇਸ਼ ਭਰ 'ਚ ਜਾਂਦੇ ਹਾਂ। ਅਸੀਂ ਜਾਤ ਦੀ, ਫਿਰਕੇ ਦੀ, ਭਾਸ਼ਾ ਦੀ, ਖਿੱਤੇ ਦੀ ਪੋਲਿਟਿਕਸ ਨਾ ਕਦੀ ਪਹਿਲਾਂ ਕੀਤੀ, ਨਾ ਅੱਜ ਕਰ ਰਹੇ ਹਾਂ। ਅਸੀਂ ਹਮੇਸ਼ਾ ਦੇਸ਼ ਨੂੰ ਇੱਕ ਰੱਖਣ ਦੀ ਗੱਲ ਕੀਤੀ ਹੈ।
ਅਸੀਂ ਸਭ ਤੋਂ ਪਹਿਲੀ ਪਾਰਟੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਕਸ਼ਮੀਰ ਨੂੰ ਅਲੱਗ ਦਰਜਾ ਕਿਉਂ, ਕਸ਼ਮੀਰ ਵੀ ਦੇਸ਼ ਦੇ ਬਾਕੀ ਹਿੱਸਿਆਂ ਵਾਂਗੂ ਦੇਸ਼ ਦੀ ਮੇਨ ਸਟ੍ਰੀਮ 'ਚ ਆਉਣਾ ਚਾਹੀਦਾ ਹੈ। ਅਸੀਂ ਉਦੋਂ ਤੋਂ ਕਹਿ ਰਹੇ ਸੀ 370 ਹਟਾਵਾਂਗੇ, ਸਾਨੂੰ ਮੌਕਾ ਮਿਲਿਆ, ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ, ਅਸੀਂ ਉਹਨੂੰ ਹਟਾ ਕੇ ਦੇਸ਼ ਦੇ ਨਾਲ ਇੱਕ ਕੀਤਾ। ਪਰ ਮਸਲਾ ਤਾਂ ਰੋਟੀ ਦਾ ਹੈ, ਮੈਂ ਰੋਜ਼ਗਾਰ ਦਾ ਅਸਲ ਹੈ। ਨਹੀਂ ਰੋਟੀ ਦਾ ਮਸਲਾ ਵੀ ਆਉਣ ਲੱਗਾ ਹੈ। ਅਸੀਂ ਸ਼ੁਰੂ ਤੋਂ ਇਹ ਗੱਲ ਕਰਦੇ ਰਹੇ, ਸਾਡਾ ਏਜੰਡਾ ਸੀ ਕਿ ਹਿੰਦੁਸਤਾਨ ਦੇ ਛੋਟੇ ਤੋਂ ਛੋਟਾ ਜਿਹੜਾ ਵਿਅਕਤੀ ਹੈ, ਛੋਟੇ ਤੋਂ ਛੋਟੇ ਦੀ ਗੱਲ ਜਿਹੜਾ ਗਰੀਬ ਤੋਂ ਗਰੀਬ ਹੈ, ਕਮਜ਼ੋਰ ਹੈ, ਉਸ ਦੀ ਸੁਰੱਖਿਆ ਹੋਣੀ ਚਾਹੀਦੀ ਹੈ, ਉਸ ਨੂੰ ਜੋ ਉਹਦੀਆਂ ਬੇਸਿਕ ਕਮਿਊਨਿਟੀਜ਼ ਨੇ ਉਹ ਮਿਲਣੀਆਂ ਚਾਹੀਦੀਆਂ, ਹਰ ਹੱਥ ਨੂੰ ਕੰਮ ਮਿਲਣਾ ਚਾਹੀਦਾ ਹੈ। ਇਹ ਜਿਹੜੇ ਸਾਡੇ ਏਜੰਡੇ ਸ਼ੁਰੂ ਤੋਂ ਲੈ ਕੇ ਅਸੀਂ ਚੱਲ ਰਹੇ ਸੀ, ਸਾਡੇ ਲਈ ਰਾਸ਼ਟਰਵਾਦ ਦਾ ਮਤਲਬ ਇਹ ਹੈ। ਇਸ ਲਈ ਤੁਸੀਂ ਦੇਖੋ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਵਾਂ ਕਿੱਧਰ ਨੇ। ਜਦੋਂ ਪ੍ਰਧਾਨ ਮੰਤਰੀ ਜੀ ਇਹ ਗੱਲ ਕਹਿੰਦੇ ਨੇ ਸਵੱਛਤਾ ਅਭਿਆਨ ਦੇ ਤਹਿਤ ਕਿ ਹਿੰਦੁਸਤਾਨ ਨੂੰ ਗੰਦਗੀ ਤੋਂ ਮੁਕਤ ਕਰਨਾ ਹੈ, ਹਰ ਘਰ 'ਚ ਸ਼ੌਚਾਲੇ ਦੇਣਾ, ਬਹੁਤ ਛੋਟੀ ਚੀਜ਼ ਸੀ। ਕਦੀ ਕਿਸੇ ਸਰਕਾਰ ਨੇ ਚਿੰਤਾ ਨਹੀਂ ਕੀਤੀ ਕਿ ਦੇਸ਼ ਦੇ ਕਰੋੜਾਂ ਪਰਿਵਾਰ ਜਿਨ੍ਹਾਂ ਕੋਲੇ ਘਰ 'ਚ ਸ਼ੌਚਾਲਿਆ ਬਣਾਉਣ ਲਈ ਵੀ ਪੈਸੇ ਨਹੀਂ, ਉਹਨਾਂ ਦੀਆਂ ਮਹਿਲਾਵਾਂ ਕਿਸ ਪ੍ਰਕਾਰ ਆਪਣੀ ਇੱਕ ਤਰ੍ਹਾਂ ਨਾਲ ਸਵਾਭੀਮਾਨ ਨਾਲ ਸਮਝੌਤਾ ਕਰਦੀਆਂ। ਸਾਡੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਧਿਆਨ 'ਚ ਆਈ। ਅੱਜ 13 ਕਰੋੜ ਤੋਂ ਵੱਧ ਸ਼ੌਚਾਲੇ ਬਣੇ। ਸਾਡੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਧਿਆਨ 'ਚ ਆਈ ਕਿ ਜਿਹੜੀਆਂ ਮਹਿਲਾਵਾਂ ਹੈ ਦੂਰ ਦਰਾਜ਼ ਦੇ ਖੇਤਰਾਂ 'ਚ, ਪਹਾੜੀ ਖੇਤਰਾਂ 'ਚ, ਪਿੰਡਾਂ 'ਚ, ਗਰੀਬ ਬਸਤੀਆਂ 'ਚ, ਆਦੀਵਾਸੀ ਏਰੀਆ 'ਚ, ਉਹਨਾਂ ਕੋਲੇ ਬਾਲਣ ਜਲਾ ਕੇ ਆਪਣੀਆਂ ਅੱਖਾਂ ਔਰ ਆਪਣੇ ਸਰੀਰ ਨੂੰ ਖਰਾਬ ਕਰ ਰਹੀਆਂ। ਇਹਨਾਂ ਨੂੰ ਗੈਸ ਸਿਲੰਡਰ ਮਿਲਣੀ ਚਾਹੀਦੀ। ਅੱਜ ਉਜਵਲਾ ਯੋਜਨਾ ਦੇ ਤਹਿਤ 14 ਕਰੋੜ ਦੇ ਲਗਭਗ ਸਿਲੰਡਰ ਉਹਨਾਂ ਦੇ ਘਰ ਪਹੁੰਚੇ। ਸਾਡੇ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਧਿਆਨ 'ਚ ਆਈ ਕਿ ਜਿਹੜਾ ਗਰੀਬ ਆਦਮੀ ਹੈ ਉਹਦੇ ਕੋਲੇ ਵਿਚਾਰੇ ਕੋਲੇ ਇਲਾਜ ਕਰਾਉਣ ਲਈ ਪੈਸੇ ਨਹੀਂ ਹੈ। ਉਹ ਬੱਚੇ ਦਾ ਅਗਰ ਇਲਾਜ ਹੋ ਜਾਏ ਤਾਂ ਘਰ ਗਿਰਵੀ ਰੱਖਣਾ ਪੈਂਦਾ ਹੈ। 5 ਲੱਖ ਰੁਪਏ ਤੱਕ ਦੀ ਯੋਜਨਾ ਆਯੁਸ਼ਮਾਨ ਭਾਰਤ ਦੇ ਤਹਿਤ ਅੱਜ ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ ਉਹ ਸਹਾਇਤਾ ਮਿਲ ਰਹੀ ਹੈ। ਸਾਡੇ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਧਿਆਨ 'ਚ ਆਈ ਕਿ ਜਿਹੜਾ ਮਜ਼ਦੂਰ ਵਰਗ ਹੈ ਜਿਹਦੇ ਕੋਲੇ ਕੁਝ ਵੀ ਨਹੀਂ ਹੈ, ਜਿਹੜੇ ਤੇ ਸਰਕਾਰੀ ਮਜ਼ਦੂਰ ਖੇਤਰਾਂ 'ਚ ਨੇ, ਉਹਨਾਂ ਕੋਲ ਤਾਂ ਹੈਗੀ ਆਰਗੇਨਾਈਜ਼ ਸੈਕਟਰ 'ਚ, ਅਨਆਰਗੇਨਾਈਜ਼ਡ ਕੋ ਨਹੀਂ ਹੈ। ਤੁਸੀਂ ਦੇਖੋ ਈ ਸ਼ਰਮ ਸ਼ੁਰੂ ਕੀਤਾ ਹੈ, ਈ ਸ਼ਰਮ ਕਾਰਡ ਬਣ ਰਹੇ ਨੇ। ਕਿਸੇ ਵੀ ਤਰ੍ਹਾਂ ਦਾ ਮਜ਼ਦੂਰ ਹੈ, ਉਹ ਚਾਹੇ ਘਰ 'ਚ ਪੋਚਾ ਲਗਾਉਣ ਵਾਲੀ ਮਹਿਲਾ ਹੀ ਕਿਉਂ ਨਹੀਂ ਹੈ, ਉਹ ਵੀ ਈ ਸ਼ਰਮ ਦੇ ਤਹਿਤ ਰਜਿਸਟਰ ਹੋਏਗੀ। ਉਹਨੂੰ ਬਹੁਤ ਸਾਰੀਆਂ ਕੱਲ ਸੁਵਿਧਾਵਾਂ ਨਵਜੋਤ ਸਿੱਧੂ ਉੱਥੇ ਪਹੁੰਚੇ ਸੀ ਚੌਂਕ ਤੇ, ਉਹ ਕਹਿੰਦੇ ਕਾਰਡ ਹੈ ਨਹੀਂ। ਇਹ ਤਾਂ ਮੈਂ ਉਹੀ ਕਹਿਣ ਲੱਗਾ ਨਾ, ਨਵਜੋਤ ਦੇਖੋ ਮੈਂ ਨਵਜੋਤ ਸਿੱਧੂ ਨੂੰ ਸੀਰੀਅਸਲੀ ਇਸ ਕਰਕੇ ਨਹੀਂ ਲੈਂਦਾ। ਨਵਜੋਤ ਸਿੱਧੂ ਤਾਂ ਕਹਿ ਰਹੇ ਕਿ ਪੰਜਾਬ ਨੂੰ ਪੰਜਾਬ ਮਾਡਲ ਦੀ ਜ਼ਰੂਰਤ ਹੈ, ਪੰਜਾਬ ਮਾਡਲ ਦੇ ਤਹਿਤ ਹੀ ਕਾਂਗਰਸ ਜਿਹੜੀ ਹੈ ਉਹ ਦੁਬਾਰਾ ਸਰਕਾਰ ਬਣਾਏਗੀ। ਦੇਖੋ ਨਵਜੋਤ ਸਿੱਧੂ ਦਾ ਪੰਜਾਬ ਮਾਡਲ ਮੈਨੂੰ ਤਾਂ ਪਤਾ ਨਹੀਂ, ਲੇਕਿਨ ਮੈਂ ਇੱਕ ਗੱਲ ਜ਼ਰੂਰ ਨਵਜੋਤ ਸਿੱਧੂ ਦੇ ਬਾਰੇ 'ਚ ਕਹਿਣੀ ਚਾਹੁੰਦਾ। ਨਵਜੋਤ ਸਿੱਧੂ ਦਾ ਪੰਜਾਬ ਮਾਡਲ ਹੈ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਕਿਵੇਂ ਬਣੇਗਾ। ਉਹ ਕਿਸੇ ਪਾਰਟੀ ਤੋਂ ਬਣ ਜੇ, ਉਹਨੂੰ ਕੋਈ ਬਣਾ ਦੇ, ਕਾਂਗਰਸ ਨਹੀਂ ਬਣਾਉਂਦੀ, ਅੱਜ ਉਹਨੂੰ ਆਮ ਆਦਮੀ ਪਾਰਟੀ ਬਣਾਉਣ ਨੂੰ ਤਿਆਰ ਹੋ ਜਾਊਗੀ। ਤੁਸੀਂ ਦੇਖੋਗੇ ਛੜੱਪਾ ਮਾਰ ਕੇ ਉਹ ਆਮ ਆਦਮੀ ਪਾਰਟੀ ਚਲਾ ਜਾਏਗਾ। ਉਹਨੂੰ ਬਹੁਜਨ ਸਮਾਜ ਪਾਰਟੀ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਨੂੰ ਤਿਆਰ ਹੋ ਜਾਊਗੀ, ਬਹੁਜਨ ਸਮਾਜ ਪਾਰਟੀ ਚ ਚਲਾ ਜਾਏਗਾ। ਬੀਜੇਪੀ ਬਿਲਕੁਲ ਤਿਆਰ ਨਹੀਂ ਹੈ। ਲੇਕਿਨ ਮੈਂ ਜਿਸ ਗੱਲ ਤੇ ਆ ਰਿਹਾ ਸੀ, ਜਿਹੜੀ ਗੱਲ ਤੁਸੀਂ ਕਹੀ, ਸਾਡੇ ਲਈ ਰਾਸ਼ਟਰਵਾਦ ਦਾ ਮਤਲਬ ਹੈ ਦੇਸ਼ ਦੀ ਲਾਈਨ ਜੋ ਅੰਤਿਮ ਵਿਅਕਤੀ ਖੜਾ ਹੈ, ਜਿਹਨੂੰ ਕੋਈ ਸੁਵਿਧਾ ਨਹੀਂ ਮਿਲ ਰਹੀ ਸੀ, ਉਹਦਾ ਉત્ਥਾਨ ਕਿਵੇਂ ਹੋਵੇ, ਉਹਨੂੰ ਕਿਵੇਂ ਉੱਚਾ ਚੱਕੀਏ, ਦੇਸ਼ ਦੀ ਜਿਹੜੀ ਇਨਕਮ ਹੈ ਐਵਰੇਜ ਇਨਕਮ ਉਹ ਕਿਵੇਂ ਵਧੇ, ਦੇਸ਼ ਦਾ ਹਰ ਵਿਅਕਤੀ ਕਿਵੇਂ ਵਿਕਾਸ ਦੇ ਰਸਤੇ ਤੇ ਅੱਗੇ ਚੱਲੇ। ਇਸ ਲਈ ਤੁਸੀਂ ਦੇਖੋ ਕਿ ਜਿੰਨੀਆਂ ਯੋਜਨਾਵਾਂ ਪ੍ਰਧਾਨ ਮੰਤਰੀ ਜੀ ਦੀਆਂ ਆਈਆਂ, ਮੈਨੂੰ ਦੱਸੋ 12 ਰੁਪਏ 'ਚ ਬੀਮਾ ਯੋਜਨਾ ਕਦੀ ਕਿਸੇ ਨੇ ਸੋਚੀ ਸੀ? ਸਾਡੇ ਪ੍ਰਧਾਨ ਮੰਤਰੀ ਨੇ ਦੇ ਕੇ ਦਿਖਾਈ ਹੈ। ਲੋਕਾਂ ਨੂੰ ਸਮਝਾ ਪਾਓਗੇ? ਪੰਜਾਬ ਦੇ ਕਿਸੇ ਨੇ ਲੋਕਾਂ ਨੂੰ ਸੋਚਿਆ ਸੀ ਸਮਝਾ ਗਰੀਬ ਪਾਓਗੇ? ਆਦਮੀ ਬੈਂਕ ਅਕਾਊਂਟ ਖੋਲੇਗਾ? ਦੇਸ਼ ਦੇ ਆਜ਼ਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਕਿੰਨੀ ਵੱਡੀ ਆਬਾਦੀ ਕੋਲ ਬੈਂਕ ਅਕਾਊਂਟ ਨਹੀਂ ਸੀ। ਪ੍ਰਧਾਨ ਮੰਤਰੀ ਨੇ ਕਿਹਾ ਜ਼ੀਰੋ ਬੈਲੈਂਸ ਤੇ ਬੈਂਕ ਅਕਾਊਂਟ ਖੋਲਾਂਗੇ, ਕਰੋੜਾਂ ਜਨਧਨ ਖਾਤੇ ਖੋਲੇ। ਔਰ ਜਦੋਂ ਖੋਲੇ ਨਾ, ਸਾਡਾ ਮਜ਼ਾਕ ਉਡਾ ਰਹੇ ਸੀ ਵਿਰੋਧੀ ਧਿਰਾਂ, ਉਹ ਜੀ ਬੈਂਕ ਅਕਾਊਂਟ ਖੋਲ੍ਹਣ ਨਾਲ ਕੀ ਹੋ ਜਾਏਗਾ। ਕਰੋਨਾ ਕਾਲ 'ਚ ਉਹਨਾਂ ਬੈਂਕ ਅਕਾਊਂਟਾਂ 'ਚ ਪ੍ਰਧਾਨ ਮੰਤਰੀ ਜੀ ਨੇ ਮਹਿਲਾਵਾਂ ਦੇ 'ਚ ਪੈਸੇ ਪਾਏ, ਉਹ ਆਪਣੇ ਬੱਚਿਆਂ ਨੂੰ ਰੋਟੀ ਖਿਲਾ ਸਕੀਆਂ। ਇਹ ਹੈ ਗਰੀਬ ਦੀ ਚਿੰਤਾ, ਸਾਡੇ ਲਈ ਨੈਸ਼ਨਲਿਜ਼ਮ ਹੈ। ਜੀਵਨ ਜੀ, ਇਹ ਦੱਸੋ ਅਲਾਈਅੰਸ ਨੂੰ ਲੈ ਕੇ ਪੰਜਾਬ ਦੇ ਲੋਕ ਜਾਣਨਾ ਚਾਹ ਰਹੇ ਆ, ਕਿੰਨੀਆਂ ਸੀਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਰਹੇ ਹੋ, ਕਿੰਨੀਆਂ ਸੀਟਾਂ ਢੀਂਡਸਾ ਦੀ ਪਾਰਟੀ ਨੂੰ ਦੇ ਰਹੇ ਹੋ? ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਸਵਾਲ ਹੈ ਨਾ, ਇਹ ਸਾਡੀ ਕੇਂਦਰ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਤੈਅ ਕਰਨਾ ਹੈਗਾ। ਪਰ ਤੁਸੀਂ ਵੀ ਤੈਅ ਕੀਤਾ ਹੋਏਗਾ ਕਿ ਇੰਨੀਆਂ ਸੀਟਾਂ ਤੇ ਬੀਜੇਪੀ ਲੜ ਸਕਦੀ ਹੈ। ਬੀਜੇਪੀ 117 ਦੀਆਂ 17 ਸੀਟਾਂ ਲੜੇ। ਕੈਪਟਨ ਨੂੰ ਕੋਈ ਨਹੀਂ ਦੇ ਰਹੇ? ਨਹੀਂ, ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ, ਤੁਸੀਂ ਕੈਪਟਨ ਸਾਹਿਬ ਦੀਆਂ ਵੀ ਸਟੇਟਮੈਂਟ ਸੁਣੀਆਂ ਤੇ ਸਾਡੀ ਲੀਡਰਸ਼ਿਪ ਦੀਆਂ ਵੀ ਸਟੇਟਮੈਂਟ ਸੁਣੀਆਂ ਕਿ ਸਾਡੇ ਵਾਸਤੇ ਜੋ ਪ੍ਰਾਇੋਰਟੀ ਹੈ ਉਹ ਪੰਜਾਬ ਨੂੰ, ਅੱਜ ਜੋ ਪੰਜਾਬ ਬੁਰੀ ਤਰ੍ਹਾਂ ਪਿਛੜ ਚੁੱਕਿਆ ਉਹਨੂੰ ਅੱਗੇ ਲੈ ਕੇ ਸਾਡਾ ਏਜੰਡਾ ਕੇਵਲ ਇਹ ਹੈਗਾ। ਇਹਦੇ ਵਿੱਚ ਜੋ ਵੀ ਇਹਦੇ ਵਿੱਚ ਢੀਂਡਸਾ ਹੋਣਗੇ, ਬਿਲਕੁਲ ਇਹਦੇ ਵਿੱਚ ਕੈਪਟਨ ਸਾਹਿਬ ਵੀ ਹੋ ਸਕਦੇ ਆ, ਹੋਣਗੇ ਹੀ। ਜਦੋਂ ਕੱਲ ਕਾਫੀ ਕੁਝ ਤੈਅ ਹੋ ਗਿਆ, ਔਰ ਆਉਣ ਵਾਲੇ ਢੀਂਡਸਾ ਸਾਹਿਬ ਵੀ ਇਹਦੇ ਵਿੱਚ ਹੋ ਸਕਦੇ ਨੇ। ਸੋ ਮੈਂ ਸਮਝਦਾ ਵੀ ਉਹ ਹਰ ਪੰਜਾਬੀ ਲੀਡਰ ਜਿਹੜਾ ਪੰਜਾਬ ਦੇ ਭਲੇ ਵਾਸਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ, ਉਹ ਇਸ ਹਿੱਸੇਦਾਰੀ ਦਾ ਹਿੱਸਾ ਹੋ ਸਕਦਾ ਹੈਗਾ। ਸੁਭਾਸ਼ ਜੀ, ਅਜਿਹਾ ਤਾਂ ਨਹੀਂ ਹੋਏਗਾ ਕਿ ਚੋਣਾਂ ਤੋਂ ਬਾਅਦ ਅਕਾਲੀ ਦਲ ਨਾਲ ਅਲਾਈਅੰਸ ਹੋ ਜਾਏ? ਕਿਉਂਕਿ ਹਰਿਆਣੇ 'ਚ ਅਸੀਂ ਇਹ ਦੇਖ ਚੁੱਕੇ ਹਾਂ ਕਿ ਚੌਟਾਲਾ ਦੀ ਪਾਰਟੀ ਨਾਲ ਅਲਾਈਅੰਸ ਕਰਕੇ ਸਰਕਾਰ ਬਣਾ ਲਈ। ਦੇਖੋ ਅੱਜ ਦੇ ਦਿਨ ਜੋ ਸਥਿਤੀ ਹੈ, ਅਕਾਲੀ ਦਲ ਨਾਲ ਗਠਬੰਧਨ ਦਾ, ਗੱਠਜੋੜ ਦਾ ਕੋਈ ਸਵਾਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਸક્ષਮ ਹੈ। ਭਾਰਤੀ ਜਨਤਾ ਪਾਰਟੀ ਜਿਸ ਤੇਜ਼ੀ ਨਾਲ ਪੰਜਾਬ 'ਚ ਵੱਧ ਰਹੀ ਹੈ, ਪੰਕਜ ਜੀ ਤੁਸੀਂ ਦੇਖੋ ਪੰਜਾਬ ਦੇ ਹਰ ਵਰਗ ਦੇ ਲੋਕ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਵੱਲ ਹੈ।
ਉਹਦਾ ਕਾਰਨ ਇਹ ਹੈ ਕਿ ਲੋਕਾਂ ਦਾ ਕਾਂਗਰਸ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਮੋਹ ਭੰਗ ਹੋਇਆ ਹੈ। ਅਕਾਲੀ ਦਲ ਦੇ ਉੱਪਰ ਜਿਹੜੇ ਦੋਸ਼ ਸੀਗੇ, ਚਾਹੇ ਉਹ ਬੇਅਦਬੀ ਦਾ ਦੋਸ਼ ਸੀ, ਚਾਹੇ ਉਹ ਮਾਫੀਆ ਰਾਜ ਦਾ ਦੋਸ਼ ਸੀ, ਉਹ ਇੱਦਾਂ ਦੇ ਉੱਦਾਂ ਹੀ ਖੜੇ ਹੈ। ਲੋਕਾਂ ਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਬਣ ਰਿਹਾ। ਔਰ ਇੱਕ ਮਾਤਰ ਅਕਾਲੀ ਦਲ ਐਸੀ ਪਾਰਟੀ ਹੈ ਜਿਹੜੀ ਓਪੋਜੀਸ਼ਨ 'ਚ ਰਹਿੰਦੇ ਹੋਏ ਵੀ ਐਂਟੀ ਇਨਕੰਬੈਂਸੀ ਦਾ ਸ਼ਿਕਾਰ ਹੈ। ਅੱਜ ਤੱਕ ਅਸੀਂ ਦੇਖਿਆ ਕਿ ਦੇਸ਼ ਦੀ ਪੋਲਿਟਿਕਸ ਜਿਹੜੀ ਸੱਤਾ ਧਿਰ ਹੁੰਦੀ ਹੈ ਉਹਦੇ ਖਿਲਾਫ ਐਂਟੀ ਇਨਕੰਬੈਂਸੀ ਹੁੰਦੀ ਹੈ। ਇਹ ਪਹਿਲੀ ਪਾਰਟੀ ਹੈ ਜਿਹੜੀ ਵਿਰੋਧੀ ਧਿਰ 'ਚ ਰਹਿ ਕੇ ਵੀ ਐਂਟੀ ਇਨਕੰਬੈਂਸੀ ਦੇ ਖਿਲਾਫ। ਔਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਨਾਲ ਬਿਖਰੀ ਹੋਈ ਹੈ, ਝਾੜੂ ਤੀਲਾ ਤੀਲਾ ਹੋ ਗਿਆ ਹੈ, 20 ਚੋਂ 9 ਐਮਐਲਏ ਦੌੜ ਗਏ ਹੈ। ਐਮਪੀ ਸਾਹਿਬ ਰੋਜ਼ ਪੱਟਾਂ ਨੂੰ ਤੇਲ ਲਾ ਕੇ ਰੱਖਦੇ ਵੀ ਕਿੱਦਾਂ ਦੌੜਨਾ ਹੈ, ਹਜੇ ਪਤਾ ਨਹੀਂ। ਇਸ ਕਰਕੇ ਲੋਕਾਂ ਦਾ ਉੱਤੇ ਵੀ ਵਿਸ਼ਵਾਸ ਨਹੀਂ ਹੈ। ਲੋਕ ਹੁਣ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ। ਸਟਾਰਟਿੰਗ 'ਚ ਕਿਹਾ ਕਿ ਅੱਜ ਦੇ ਦਿਨ ਸਥਿਤੀ ਨਹੀਂ ਹੈ ਕਿ ਚੋਣਾਂ ਤੋਂ ਬਾਅਦ ਸਥਿਤੀ ਬਦਲ ਸਕਦੀ ਨਹੀਂ, ਹੈ। ਮੈਂ ਉਸ ਤੇ ਸਮੀਕਰਨ ਬਦਲ ਨਹੀਂ ਸਕਦਾ। ਬਦਲੇਗੀ, ਬਿਲਕੁਲ ਨਹੀਂ ਬਦਲੇਗੀ। ਇਸ ਕਰਕੇ ਨਹੀਂ ਬਦਲੇਗੀ ਕਿ ਭਾਰਤੀ ਜਨਤਾ ਪਾਰਟੀ ਦੀ ਪੂਰਨ ਬਹੁਮਤ ਦੀ ਸਰਕਾਰ ਪੰਜਾਬ 'ਚ ਬਣਨ ਵਾਲੀ ਹੈ। ਸਾਨੂੰ ਅਕਾਲੀ ਦਲ ਦੀ ਲੋੜ ਹੀ ਨਹੀਂ ਪੈਣੀ ਗੱਠਜੋੜ ਲਈ। ਔਰ ਮੈਨੂੰ ਲੱਗਦਾ ਵੀ ਨਹੀਂ ਕਿ ਉਹ ਇਸ ਹਾਲਤ 'ਚ ਹੋਣਗੇ ਕਿ ਉਹਨਾਂ ਨਾਲ ਕੋਈ ਗੱਠਜੋੜ ਕਰਨ ਦੀ ਨੌਬਤ ਆਏਗੀ। ਪੂਰਨ ਬਹੁਮਤ ਨਾਲ ਸਰਕਾਰ ਬਣਾਓ। ਵਾਅਦਿਆਂ ਦਾ ਸੀਜ਼ਨ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕੇਜਰੀਵਾਲ ਦਾ ਜਾਂ ਬਾਕੀ ਪਾਰਟੀਆਂ ਦਾ ਇੰਟੈਲੈਕਚੁਅਲ ਇਹ ਕਹਿੰਦੇ ਨੇ ਫ੍ਰੀ ਜਿਹੜਾ ਸ਼ਬਦ ਹੈ ਉਹ ਹੁੰਦਾ ਨਹੀਂ ਹੈ। ਫ੍ਰੀ ਬਿਜਲੀ ਫ੍ਰੀ ਦੇ ਦਾਂਗੇ, ਇੰਨੇ ਯੂਨਿਟ, 1000 ਰੁਪਇਆ ਲੇਡੀਜ਼ ਨੂੰ ਦੇ ਰਹੇ ਨੇ। ਇਹ ਵੀ ਕਹਿੰਦੇ ਨੇ ਕਿ 18 ਸਾਲ ਤੋਂ ਉੱਪਰ ਕਿਉਂ, 18 ਸਾਲ ਤੋਂ ਥੱਲੇ ਕਿਉਂ ਨਹੀਂ, ਜਿਨ੍ਹਾਂ ਨੂੰ ਲੋੜ ਹੈ ਉਹ ਭਵਿੱਖ ਹੈ। ਇਹ ਪੰਜਾਬ ਦਾ ਮੈਨੀਫੈਸਟੋ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ। ਬੀਜੇਪੀ ਦਾ ਮੈਨੀਫੈਸਟੋ ਵੀ ਬਣੇਗਾ। ਤੁਹਾਨੂੰ ਕੀ ਟੌਪ ਮੁੱਦੇ ਲੱਗਦੇ ਨੇ ਜਿਹਦੇ 'ਚ ਬੀਜੇਪੀ ਜਾਏਗੀ ਕਿ ਸਾਡੇ ਪੁਆਇੰਟਸ ਰਹਿ ਸਕਦੇ ਨੇ? ਇਹ ਪੰਜ ਗੱਲਾਂ ਜਿੰਦੇ ਤੇ 2022 'ਚ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਫਿਰ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ। ਦੇਖੋ, ਸਾਡਾ ਮੈਨੀਫੈਸਟੋ ਅਸੀਂ ਬਣਾਉਣਾ ਹੀ ਨਹੀਂ। ਅਸੀਂ ਅਰਵਿੰਦ ਕੇਜਰੀਵਾਲ ਨੂੰ ਝੂਠ ਨਹੀਂ ਬੋਲਣਾ। ਉਹ ਕਹਿ ਰਿਹਾ ਜੀ 1000 ਰੁਪਏ ਮਹਿਲਾਵਾਂ ਨੂੰ ਦੇਵਾਂਗੇ। ਮੈਂ ਉਹਨੂੰ ਸਿੱਧਾ ਸਵਾਲ ਪੁੱਛਦਾ ਕਿ ਇੱਥੇ ਤਾਂ ਜਦੋਂ ਵੋਟਾਂ ਪੈਣਗੀਆਂ ਸਰਕਾਰ ਬਣੇਗੀ ਦਿਓਗੇ। 7 ਸਾਲ ਤੋਂ ਤੁਹਾਡੀ ਦਿੱਲੀ ਸਰਕਾਰ ਹੈ, ਕਿਆ ਦਿੱਲੀ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੇ ਰਹੇ ਹੋ? ਕਿਆ ਉਹਨਾਂ ਨੂੰ ਜ਼ਰੂਰਤ ਨਹੀਂ ਹੈ? ਅਗਰ ਦਿੱਲੀ 'ਚ ਨਹੀਂ ਦੇ ਰਹੇ ਤਾਂ ਪੰਜਾਬ 'ਚ ਕਿਉਂ ਦੇਣਾ ਹੈ? ਇਸ ਕਰਕੇ ਮੈਂ ਉਸ ਗੱਲ 'ਤੇ ਨਹੀਂ ਜਾਂਦਾ। ਸਾਡੇ ਮੈਨੀਫੈਸਟੋ ਦੀ ਜਿੱਥੇ ਤੱਕ ਗੱਲ ਹੈ, ਸਾਡਾ ਮੈਨੀਫੈਸਟੋ ਪੰਜਾਬ ਦੀ ਜਨਤਾ ਬਣਾ ਰਹੀ ਹੈ। ਅਸੀਂ ਹਰ ਸ਼ਹਿਰ 'ਚ ਜਾ ਰਹੇ ਹਾਂ, ਅਸੀਂ ਕਸਬਿਆਂ 'ਚ ਜਾ ਰਹੇ ਹਾਂ। ਸਾਡੀ ਮੈਨੀਫੈਸਟੋ ਦੇ ਕਮੇਟੀ ਦੇ ਲੋਕ ਹਰ ਵਰਗ ਨੂੰ ਮਿਲ ਰਹੇ ਨੇ, ਉਦਯੋਗਾਂ ਨੂੰ ਮਿਲ ਰਹੇ ਨੇ, ਵਪਾਰੀਆਂ ਨੂੰ ਮਿਲ ਰਹੇ ਨੇ, ਕਿਸਾਨਾਂ ਨੂੰ ਮਿਲ ਰਹੇ ਨੇ, ਮਜ਼ਦੂਰਾਂ ਨੂੰ ਮਿਲ ਰਹੇ ਨੇ, ਅਧਿਆਪਕਾਂ ਨੂੰ ਮਿਲ ਰਹੇ ਨੇ, ਮੁਲਾਜ਼ਮਾਂ ਨੂੰ ਮਿਲ ਰਹੇ ਨੇ, ਮਹਿਲਾਵਾਂ ਨੂੰ ਮਿਲ ਰਹੇ ਨੇ, ਨੌਜਵਾਨਾਂ ਨੂੰ ਮਿਲ ਰਹੇ ਨੇ, NGOs ਨੂੰ ਮਿਲ ਰਹੇ ਨੇ, ਪਰਿਆਵਰਣਵਿਦਾਂ ਨੂੰ ਮਿਲ ਰਹੇ ਨੇ। ਅਸੀਂ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲ ਰਹੇ ਹਾਂ ਔਰ ਉਹਨਾਂ ਕੋਲੋਂ ਸਮਝ ਰਹੇ ਹਾਂ ਕਿ ਉਹ ਕੀ ਚਾਹੁੰਦੇ ਨੇ। ਅਸੀਂ ਕੋਈ ਫਾਲਸ ਪ੍ਰੋਮਿਸ ਨਹੀਂ ਕਰਨਾ, ਅਸੀਂ ਕੋਈ ਝੂਠਾ ਲਾਰਾ ਲੱਪਾ ਨਹੀਂ ਲਾਣਾ। ਜੋ ਪੰਜਾਬ ਦੀ ਜਨਤਾ ਚਾਹੁੰਦੀ ਹੈ, ਜੋ ਉਹਨਾਂ ਦੇ ਰੀਅਲ ਇਸ਼ੂਜ਼ ਨੇ, ਉਹਨਾਂ ਇਸ਼ੂਜ਼ ਨੂੰ ਐਡਰੈਸ ਕਰਕੇ ਮੈਨੀਫੈਸਟੋ ਬਣਾਵਾਂਗੇ। ਤੁਸੀਂ 5 ਮੁੱਦਿਆਂ ਦੀ ਗੱਲ ਕੀਤੀ ਹੈ, ਅਸੀਂ ਬਹੁਤ ਸਾਰੇ ਮੁੱਦੇ ਲੈ ਕੇ ਆਵਾਂਗੇ। ਲੇਕਿਨ ਅਗਰ 5 ਏਜੰਡੇ ਹੈ ਤਾਂ ਸਾਡਾ ਪਹਿਲਾ ਏਜੰਡਾ ਹੈ ਪੰਜਾਬ ਨੂੰ ਵਿਕਾਸ ਦੀ ਲਾਹ 'ਤੇ ਲੈ ਕੇ ਆਉਣਾ। ਪੰਜਾਬ ਦੇਖੋ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਪਿਛੜਦਾ ਜਾ ਰਿਹਾ ਹੈ। ਜਿਹੜਾ ਪੰਜਾਬ ਕਦੀ ਪਰ ਕੈਪੀਟਾ ਇਨਕਮ 'ਚ ਨੰਬਰ 1 ਹੁੰਦਾ ਸੀ, ਅੱਜ 19ਵੇਂ ਨੰਬਰ ਤੇ ਹੈ। ਅਸੀਂ ਵਾਪਸ ਪੰਜਾਬ ਨੂੰ ਨੰਬਰ 1 ਲੈ ਕੇ ਜਾਵਾਂਗੇ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ। ਔਰ ਉਹਦੇ ਲਈ 3 ਕੰਮ ਕਰਨੇ ਪੈਣਗੇ। ਪੰਜਾਬ ਦੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨਾ ਪਏਗਾ। ਪੰਜਾਬ 'ਚ ਐਸਾ ਇਕੋਸਿਸਟਮ ਬਣਾਉਣਾ ਪਏਗਾ ਕਿ ਇੰਡਸਟਰੀ ਇੱਥੇ ਆਉਣ 'ਚ ਇੰਟਰਸਟਡ ਹੋਏ। ਅੱਜ ਹਾਲਤ ਕੀ ਹੈ ਦੇਖੋ, ਪੰਜਾਬ ਦੇ ਉਦਯੋਗਪਤੀ ਇਕੱਠੇ ਹੋ ਕੇ ਕਿੱਥੇ ਜਾ ਰਹੇ ਨੇ? ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼। ਤਾਂ ਸਾਡੀ ਇੰਡਸਟਰੀ ਪਹਿਲਾਂ ਹੀ ਜਾ ਰਹੀ ਸੀ। ਪਹਿਲੀ ਵਾਰੀ ਅਸੀਂ ਦੇਖਿਆ ਕਿ ਐਸੀ ਸਟੇਟ 'ਚ ਜਾ ਰਹੇ ਨੇ ਜਿਹਨੂੰ ਕਦੀ ਬਿਮਾਰੂ ਸਟੇਟ ਕਿਹਾ ਜਾਂਦਾ ਸੀ। ਲੇਕਿਨ ਯੋਗੀ ਜੀ ਨੇ 5 ਸਾਲ ਦੇ ਸੁਸ਼ਾਸਨ ਨਾਲ ਉੱਤਰ ਪ੍ਰਦੇਸ਼ ਨੂੰ ਬਦਲਿਆ। ਪੰਜਾਬ ਦੇ ਉਦਯੋਗਪਤੀ ਇਕੱਠੇ ਹੋ ਕੇ ਯੋਗੀ ਜੀ ਕੋ ਗਏ। ਤੁਸੀਂ ਖਬਰ ਵੀ ਚਲਾਈ ਕਿ ਸਾਨੂੰ ਯੂਪੀ 'ਚ ਇੰਡਸਟਰੀ ਲਾਉਣ ਦੀ ਇਜਾਜ਼ਤ ਦਿਓ। ਸਾਡਾ ਏਜੰਡਾ ਹੋਏਗਾ ਅਸੀਂ ਪੰਜਾਬ 'ਚ ਐਸਾ ਇਕੋਸਿਸਟਮ ਖੜਾ ਕਰਾਂਗੇ। ਇੱਕ ਵੀ ਉਦਯੋਗਪਤੀ ਪੰਜਾਬ ਦਾ ਬਾਹਰ ਨਹੀਂ ਜਾਣ ਦਿਆਂਗੇ। ਬਾਕੀ ਸੂਬਿਆਂ ਦੇ ਉਦਯੋਗਪਤੀ ਪੰਜਾਬ ਆਇਆ ਕਰਨਗੇ, ਸਾਡੇ ਮੁੱਖ ਮੰਤਰੀ ਨੂੰ ਮਿਲਿਆ ਕਰਨਗੇ ਕਿ ਭਾਈ ਸਾਹਿਬ ਪੰਜਾਬ ਸਾਨੂੰ ਉਦਯੋਗ ਲੈ ਕੇ ਆਉਣਗੇ। ਅਸੀਂ ਐਸਾ ਵਪਾਰ ਲਈ ਮਾਹੌਲ ਬਣਾਵਾਂਗੇ। ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਐਸੀ ਕਰਾਂਗੇ। ਤੀਜਾ ਜਿਹੜਾ ਸਾਡਾ ਏਜੰਡਾ ਹੈ, ਪੰਜਾਬ ਦਾ ਰੈਵਨਿਊ ਕਿਵੇਂ ਵਧੇਗਾ? ਪੰਜਾਬ 'ਚੋਂ ਮਾਫੀਆ ਰਾਜ ਨੂੰ ਖਤਮ ਕਰਾਂਗੇ। ਦੇਖੋ ਪੰਜਾਬ ਦਾ ਰੈਵਨਿਊ ਕਿਉਂ ਨਹੀਂ ਵਧ ਰਿਹਾ? ਸਰਕਾਰ ਦੇ MLA, ਸਰਕਾਰ ਦੇ ਅਫਸਰ, ਸਰਕਾਰ ਦੇ ਮੰਤਰੀ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਹੇ ਆ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਕਾਂਗਰਸ ਦੇ MLA ਨੇ ਰੋਪ ਲਗਾਏ ਕਾਂਗਰਸ ਦੇ ਚੀਫ ਸੈਕਟਰੀ ਤੇ। ਨਕਲੀ ਸ਼ਰਾਬ ਦੀਆਂ ਜਿੰਨੀਆਂ ਫੈਕਟਰੀਆਂ ਫੜੀਆਂ ਗਈਆਂ ਉਹਦੇ ਬਾਰੇ ਕਾਂਗਰਸ ਦੇ ਲੋਕ ਬੋਲ ਰਹੇ ਆ। ਇਹ ਸਭ ਬੰਦ ਹੋਏਗਾ। ਸਭ ਪ੍ਰਕਾਰ ਦਾ ਮਾਫੀਆ ਬੰਦ ਕਰਾਂਗੇ। ਉਹ ਸਾਰਾ ਰੈਵਨਿਊ ਪੰਜਾਬ ਦੇ ਖਜ਼ਾਨੇ 'ਚ ਲੈ ਕੇ ਜਾਵਾਂਗੇ। ਚੌਥਾ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਕਿਸੇ ਨੌਜਵਾਨ ਨੂੰ ਜ਼ਰੂਰਤ ਨਹੀਂ ਪਏਗੀ ਕਿ ਉਹ ਦੂਜੀਆਂ ਸਟੇਟਾਂ 'ਚ ਜਾਏ, ਉਹ ਦੂਜੇ ਦੇਸ਼ਾਂ 'ਚ ਜਾਏ। ਉਹਨੂੰ ਇੱਥੇ ਹੀ ਉਹਦੀ ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਦੇਵਾਂਗੇ। ਔਰ ਸਭ ਤੋਂ ਇੰਪੋਰਟੈਂਟ ਏਜੰਡਾ ਪੰਜਾਬ, ਕਿਉਂਕਿ ਕਿਸਾਨੀ ਦਾ ਪ੍ਰਦੇਸ਼ ਹੈ, ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਵਾਂਗੇ। ਉਹਨਾਂ ਨੂੰ ਖੁਦਕੁਸ਼ੀਆਂ ਤੋਂ, ਕਰਜ਼ਿਆਂ ਤੋਂ ਮੁਕਤ ਕਰਾਂਗੇ। ਗੁਪਤਾ ਜੀ ਇਹ ਦੱਸੋ, ਭਗਵੰਤ ਮਾਨ ਨੂੰ ਆਫਰ ਕਿੰਨੇ ਦਿੱਤੀ ਸੀ? ਫੋਨ ਕੀਤਾ ਸੀ ਤੁਸੀਂ? ਫੋਨ ਕੀਤਾ ਸੀਗਾ? ਕੀ ਆਫਰ ਦਿੱਤੀ ਸੀਗੀ? ਦੇਖੋ ਮੈਂ ਇੱਕ ਗੱਲ ਦੱਸਾਂ ਪੰਕਜ ਜੀ, ਭਗਵੰਤ ਮਾਨ ਜੀ ਇਸ ਟਾਈਮ ਆਪਣੀ ਪਾਰਟੀ ਦੇ ਵਿੱਚ ਹਾਸ਼ੀਏ ਦੇ ਉੱਪਰ ਹੈ। ਔਰ ਉਹਨਾਂ ਨੇ ਇੱਕ ਬੜੀ ਉਮੀਦ ਲਗਾਈ ਹੋਈ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦੇ ਵਿੱਚ ਬਣਾਇਆ ਜਾਵੇ, ਪਰ ਉਹਨਾਂ ਦੀ ਪਾਰਟੀ ਉਹਨਾਂ ਨੂੰ ਨਹੀਂ ਬਣਾ ਰਹੀ। ਇਸ ਕਰਕੇ ਕੋਈ ਸਕੀਮ ਜੀ ਘੜੀ ਉਹਨਾਂ ਨੇ
ਔਰ ਆਪੇ ਹੀ ਅਨਾਉਂਸ ਕਰਤਾ ਜੀ ਮੈਨੂੰ ਆਫਰ ਕੀਤੀ ਹੈਗੀ ਹੈ। ਬੀਜੇਪੀ ਨੇ ਕੋਈ ਆਫਰ ਨਹੀਂ ਕੀਤੀ। ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ, ਇੱਕ ਆਮ ਸਧਾਰਨ ਵਿਅਕਤੀ ਨੂੰ ਵੀ ਇਹ ਗੱਲ ਸਮਝ ਆਉਂਦੀ ਹੈ ਕਿ ਐਦਾਂ ਕੋਈ ਆਫਰ ਕਰਦਾ ਹੁੰਦਾ। ਜੇ ਉਹ ਆਪਣੀ ਪਾਰਟੀ ਦੇ ਵਿੱਚ ਆਪਣਾ ਮੁੱਲ ਵਧਾਉਣ ਵਾਸਤੇ ਐਦਾਂ ਦੀਆਂ ਖਬਰਾਂ ਉਹਨਾਂ ਨੇ ਉਡਾਈਆਂ ਹੈਗੀਆਂ। ਤੁਸੀਂ ਕਹਿ ਰਹੇ ਔਰ ਕੋਈ ਫੋਨ ਮੈਂ ਉਸ ਦਿਨ ਟਵੀਟ ਵੀ ਕੀਤਾ ਸੀ। ਉਸ ਦਿਨ ਮੈਂ ਉਸ ਦਿਨ ਕਿਹਾ ਜਿੱਦਣ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਨੂੰ ਉਹਨਾਂ ਨੇ ਜੋ ਤੁਸੀਂ ਮੰਗਦੇ ਹੋ ਤੁਹਾਨੂੰ ਨਹੀਂ ਦੇਣਾ। ਇਸ ਕਰਕੇ ਕੌਣ ਆਫਰਾਂ ਕਰਦਾ? ਪਹਿਲਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇ ਰਾਘਵ ਚੱਡਾ ਜਾਂ ਬਾਕੀ ਮੀਡੀਆ ਦੇ ਸਾਹਮਣੇ ਆ ਕੇ ਗੱਲਾਂ ਕਰ ਰਹੇ ਨੇ, ਉਹਨਾਂ ਦੇ ਪਾਰਟੀ ਦੇ 9 MLA ਚਲੇ ਗਏ ਉਹਨਾਂ ਕੋਲੋਂ। ਕਿੱਥੇ ਖੜੀ ਆ ਪਾਰਟੀ? ਕੀ ਸੁਪਨਾ ਲਈ ਬੈਠੇ ਨੇ ਉਹ ਪੰਜਾਬ ਦੇ ਵਿੱਚ? 9-20 ਦੇ ਵਿੱਚੋਂ 9 ਚਲੇ ਗਏ, 2-4-5 ਹੋਰ ਜਾਣ ਨੂੰ ਫਿਰਦੇ ਨੇ, ਚਲੇ ਜਾਣੇ ਨੇ ਉਹ ਵੀ। ਜਿਨ੍ਹਾਂ ਦੀਆਂ ਟਿਕਟਾਂ ਘੋਸ਼ਿਤ ਕਰਤੀਆਂ ਉਹ ਵੀ ਚਲੇ ਜਾਣੇ ਨੇ। ਇਸ ਕਰਕੇ ਆਮ ਆਦਮੀ ਪਾਰਟੀ ਦਾ ਮਾੜਾ ਹਾਲ ਆ ਬਹੁਤ ਪੰਜਾਬ ਦੇ ਅੰਦਰ। ਉਹ ਮੁੱਖ ਵਿਰੋਧੀ ਧਿਰ ਦਾ ਰੋਲ ਵੀ ਅਦਾ ਨਹੀਂ ਕਰ ਸਕੇ। ਹੁਣ ਇਲੈਕਸ਼ਨ ਨੇੜੇ ਆ ਗਏ, ਹੁਣ ਕੇਜਰੀਵਾਲ ਵੀ ਪੰਜਾਬ 'ਚ ਗੇੜੇ ਮਾਰਦੇ ਨੇ ਔਰ ਉਹ ਆਪ ਵੀ ਕੋਈ ਨਾ ਕੋਈ ਰੋਜ਼ ਨਵਾਂ ਡੰਕਾ ਵਜਾ ਰਹੇ ਨੇ। ਪਰ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਪੰਜਾਬ ਦੇ ਅੰਦਰ ਅਗਰ ਕੋਈ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੇਜ਼ ਕਰ ਸਕਦਾ ਹੈ, ਪੰਜਾਬ ਨੂੰ ਕੋਈ ਨਸ਼ੇ ਤੋਂ ਬਚਾ ਸਕਦਾ ਹੈ, ਪੰਜਾਬ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਖਤਮ ਕਰ ਸਕਦਾ ਹੈ, ਪੰਜਾਬ ਦੇ ਅੰਦਰ ਦੁਬਾਰਾ ਜਿਸ ਤਰ੍ਹਾਂ 84 ਦੇ ਦੰਗਾਈਆਂ ਨੂੰ ਚੱਕ ਕੇ ਮੋਦੀ ਸਰਕਾਰ ਨੇ ਅੰਦਰ ਸੁੱਟਿਆ, ਉਸ ਤਰ੍ਹਾਂ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਜੇ ਕੋਈ ਅੰਦਰ ਸੁੱਟ ਸਕਦਾ ਹੈ, ਉਹ ਕੇਵਲ ਸਭ ਚੀਜ਼ਾਂ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ। ਕੇਂਦਰ ਸਰਕਾਰ ਨੇ ਪੰਜਾਬ ਲਈ ਕੀਤਾ ਕੀ ਹੈ? ਦੇਖੋ, ਬਹੁਤ ਲੰਬੀ ਲਿਸਟ ਹੈ ਪੰਕਜ ਜੀ। ਪੰਜਾਬ ਨੂੰ ਹਮੇਸ਼ਾ ਮੋਦੀ ਜੀ ਨੇ, ਮੈਂ ਸਮਝਦਾ ਕਿ ਪੰਜਾਬ ਮੋਦੀ ਜੀ ਦੇ ਦਿਲ 'ਚ ਵਸਦਾ ਹੈਗਾ। ਸਭ ਤੋਂ ਵੱਡੀ ਗੱਲ, ਬੜੀ ਪੁਰਾਣੀ ਮੰਗ ਸੀਗੀ ਕਿ 84 ਦੇ ਦੰਗਾਈਆਂ ਨੂੰ ਕੋਈ ਸਜ਼ਾ ਹੀ ਦੇਣ ਨੂੰ ਤਿਆਰ ਨਹੀਂ ਸੀਗਾ ਔਰ ਸਭ ਤੋਂ ਪਹਿਲਾਂ ਕੰਮ ਮੋਦੀ ਜੀ ਨੇ ਕੀਤਾ। ਉਹ ਕੋਈ ਦੰਗੇ ਨਹੀਂ ਸੀਗੇ, ਉਹ ਇੱਕ ਮੈਂ ਸਮਝਦਾ ਕਿ ਨਸ਼ਲਕੁਸ਼ੀ ਹੋਈ ਆ। ਜਿਸ ਢੰਗ ਨਾਲ ਇੱਕ ਪਾਸੜ ਇੱਕ ਸਮਾਜ ਨੂੰ ਸਾੜਤਾ ਗਿਆ, ਗਲਾਂ 'ਚ ਟਾਇਰ ਪਾਏ ਗਏ, ਉਹਨਾਂ ਦੇ ਕਤਲ ਹੋਏ ਹੈਗੇ ਨੇ, ਉਹਨੂੰ ਸਭ ਤੋਂ ਪਹਿਲਾਂ ਜੇ ਸਜ਼ਾ ਦੇਣ ਦਾ ਕੰਮ ਕੀਤਾ ਤੇ ਨਰਿੰਦਰ ਮੋਦੀ ਜੀ ਨੇ ਕੀਤਾ। ਬੜਾ ਲੰਬਾ ਇੱਕ ਸੀਗਾ ਕਿ ਜਦੋਂ ਆਤੰਕਵਾਦ ਦਾ ਕਾਲਾ ਦੌਰ ਸੀ ਪੰਜਾਬ ਦਾ, ਤੇ ਬਹੁਤ ਸਾਰੇ ਲੋਕ ਜਦੋਂ ਪੋਲੀਟੀਕਲੀ ਸ਼ਰਨ ਦੂਜੇ ਦੇਸ਼ਾਂ 'ਚ ਜਿਹਨਾਂ ਨੇ ਲੱਤੀ, ਉਹ ਕਾਲੀ ਸੂਚੀ ਸੀ। 25,000 ਤੋਂ ਉੱਪਰ ਪਾਸਪੋਰਟ ਐਸਾ ਸੀਗਾ, ਉਸ ਕਾਲੀ ਸੂਚੀ 'ਚੋਂ ਨਾਮ ਹਟਾ ਕੇ ਜਿਨ੍ਹਾਂ ਦੀਆਂ ਜਿਹੜੇ ਉਹ ਯੰਗ ਮੁੰਡੇ 20-20 ਸਾਲ ਦੇ 22-22 ਸਾਲ ਦੇ ਵਿਦੇਸ਼ਾਂ 'ਚ ਚਲੇ ਗਏ ਸੀ, ਅੱਜ 55-55 ਸਾਲ ਉਹਨਾਂ ਦੀਆਂ ਉਮਰ ਹੋ ਗਈਆਂ, ਉਹਨਾਂ ਨੂੰ ਉਹਨਾਂ ਦੇ ਮਾਂ-ਪਿਓ ਨਾਲ, ਉਹਨਾਂ ਦੇ ਬੱਚਿਆਂ ਦੇ ਨਾਲ, ਉਹਨਾਂ ਦੇ ਬਾਕੀ ਰਿਸ਼ਤੇਦਾਰਾਂ ਨਾਲ ਮਿਲਵਾਉਣ ਦਾ ਕੰਮ ਕਾਲੀ ਸੂਚੀ 'ਚੋਂ ਕੱਢ ਕੇ ਮੋਦੀ ਜੀ ਨੇ ਕੀਤਾ ਹੈਗਾ। ਫਿਰ ਇੱਕ ਬੜੀ ਪੁਰਾਣੀ, ਜੋ ਮਰਜ਼ੀ ਕੋਈ ਕਹੀ ਜਾਵੇ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਕੰਮ ਉਹ ਮੋਦੀ ਜੀ ਨੇ ਕੀਤਾ ਹੈਗਾ। ਆਪਾਂ ਸੁਲਤਾਨਪੁਰ ਲੋਧੀ ਦੀ ਗੱਲ ਕਰ ਰਹੀਏ, ਉਹਨੂੰ ਨਵੀਕਰਨ ਕਰਨ ਦਾ ਕੰਮ ਉਹ ਮੋਦੀ ਜੀ ਨੇ ਕੀਤਾ ਹੈਗਾ। ਇਸ ਤੋਂ ਇਲਾਵਾ ਅਨੇਕ ਬੜੇ ਕੰਮ ਮੈਂ ਸਮਝਦਾ ਕਿ ਸਿੱਖ ਸਮਾਜ ਵਾਸਤੇ, ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਹਰ ਪੰਜਾਬੀ ਲਈ ਮੋਦੀ ਜੀ, ਕਿਉਂਕਿ ਉਹਨਾਂ ਦਾ ਵਿਸ਼ੇਸ਼ ਲਗਾਓ ਹੈ ਪੰਜਾਬ ਨਾਲ, ਕਿਉਂਕਿ ਉਹਨਾਂ ਨੇ ਲੰਬੇ ਸਮੇਂ ਪੰਜਾਬ 'ਚ ਕੰਮ ਕੀਤਾ ਹੈਗਾ। ਲੰਬੇ ਸਮੇਂ ਐਜ਼ ਏ ਪੰਜਾਬ ਦੇ ਇੰਚਾਰਜ ਦੇ ਤੌਰ ਤੇ ਉਹ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਉਹ ਰਹੇ ਨੇ ਔਰ ਪੰਜਾਬ ਦਾ ਪੂਰਾ ਉਹਨਾਂ ਨੇ ਪ੍ਰਵਾਸ ਕੀਤਾ ਹੈਗਾ। ਇਸ ਕਰਕੇ ਮੈਂ ਸਮਝਦਾ ਕਿ ਅੱਜ ਵੀ ਸਾਡੀ ਪੰਜਾਬ ਦੀ ਜਨਤਾ ਵੱਡਾ ਦਿਲ ਦਿਖਾਵੇ। ਬੜਾ ਕੁਝ ਪੰਜਾਬ ਨੂੰ ਮਿਲਣ ਵਾਲਾ ਹੈ ਕੇਂਦਰ ਸਰਕਾਰ ਤੋਂ ਔਰ ਮੋਦੀ ਜੀ ਦੇ ਦਿਲ 'ਚ ਵਸਦਾ ਪੰਜਾਬ, ਜੀਵਨ ਜੀ, ਉਹਦਾ ਅਸੀਂ ਫਾਇਦਾ ਚੱਕੀਏ। ਬਿਲਕੁਲ। ਕਿਉਂਕਿ ਇਸ ਤੋਂ ਪਹਿਲਾਂ ਅਸੀਂ ਸਮਾਪਤ ਕਰੀਏ, ਇੱਕ ਸਵਾਲ ਮੈਂ ਲੈ ਲੈਣਾ, ਹਾਲਾਂਕਿ ਇਹ ਤੁਹਾਡਾ ਜਵਾਬ ਮੈਨੂੰ ਪਤਾ ਹੈ ਕਿ ਹਾਈਕਮਾਨ ਕਰੇਗਾ। ਸੀਐਮ ਫੇਸ ਪੰਜਾਬ, ਜੇ ਬੀਜੇਪੀ ਦੀ ਤੁਸੀਂ ਸਰਕਾਰ ਬਣਵਾ ਰਹੇ ਹੋ ਤਾਂ ਸੀਐਮ ਫੇਸ ਦਾ ਵੀ ਤਾਂ ਕੁਝ ਸੋਚਿਆ ਹੋਣਾ। ਬਿਲਕੁਲ ਸੋਚਿਆ ਹੈ। ਔਰ ਜਦੋਂ ਅਸੀਂ ਚਿਹਰੇ ਨਾਲ ਲੜੋਗੇ, ਮੈਂ ਦੱਸਦਾ ਤੁਹਾਨੂੰ, ਜਦੋਂ ਅਸੀਂ ਅਨਾਉਂਸ ਕਰਾਂਗੇ, ਪਾਰਟੀ ਹਾਈਕਮਾਨ ਅਨਾਉਂਸ ਕਰੇਗੀ, ਗੱਠਜੋੜ ਵੀ ਅਨਾਉਂਸ ਹੋਏਗਾ, ਕਿਹੜੀ ਪਾਰਟੀ ਕਿਹੜੀਆਂ ਸੀਟਾਂ ਲੜੇਗੀ ਇਹ ਵੀ ਅਨਾਉਂਸਮੈਂਟ ਹੋਏਗੀ, ਤੇ ਨਿਸ਼ਚਿਤ ਰੂਪ ਨਾਲ ਇਸ ਬਾਰੇ 'ਚ ਵੀ ਸਪਸ਼ਟਤਾ ਜਿਹੜੀ ਆ ਉਹ ਹਾਈਕਮਾਨ ਵੱਲੋਂ ਕੀਤੀ ਜਾਏਗੀ। ਸਾਡਾ ਚਿਹਰਾ ਜਿਹੜਾ ਹੈ ਉਹ ਦੇਸ਼ ਭਰ 'ਚ ਇੱਕ ਹੀ ਚਿਹਰਾ ਹੈ ਜਿਸ ਚਿਹਰੇ ਤੇ ਅਸੀਂ ਚੁਣਾਵ ਲੜਦੇ ਹਾਂ, ਉਹ ਹੈ ਨਰਿੰਦਰ ਮੋਦੀ ਦਾ। ਸੀਐਮ ਚਿਹਰਾ ਪੰਜਾਬ ਦਾ ਤਾਂ ਹੋਏਗਾ, ਬਾਕੀ ਪਾਰਟੀ ਦਾ ਸਾਫ਼ ਨਹੀਂ ਪੰਜਾਬ ਤੋਂ ਹੋਏਗਾ। ਨਹੀਂ, ਮੈਨੂੰ ਇੱਕ ਮਿੰਟ ਗੱਲ ਦੱਸੋ, ਸੀਐਮ ਚਿਹਰਾ ਤਾਂ ਪੰਜਾਬ ਤੋਂ ਹੀ ਹੋਏਗਾ, ਉਹਦੇ 'ਚ ਕੋਈ ਇਹਦੇ ਸਵਾਲ ਕਿੱਥੇ ਉੱਠਦਾ ਹੈ? ਮੁੱਖ ਮੰਤਰੀ ਪੰਜਾਬ ਦਾ ਤੇ ਪੰਜਾਬ ਤੋਂ ਹੀ ਹੋਏਗਾ ਨਾ, ਬਾਹਰੋਂ ਥੋੜਾ ਹੋਏਗਾ। ਲੇਕਿਨ ਮੈਂ ਜਿਹੜੀ ਗੱਲ ਕਹਿ ਰਿਹਾ, ਅਸੀਂ ਦੇਸ਼ ਭਰ 'ਚ ਚੁਣਾਵ ਜਿਹੜਾ ਨੰਬਰ 1 ਤੇ ਚਿਹਰਾ ਰੱਖ ਕੇ ਲੜਦੇ ਹਾਂ, ਉਹ ਨਰਿੰਦਰ ਮੋਦੀ ਦੇ ਚਿਹਰੇ ਤੇ ਲੜਦੇ ਹਾਂ। ਉਹਨਾਂ ਦੇ ਕੰਮ, ਉਹਨਾਂ ਦੀਆਂ ਨੀਤੀਆਂ। ਦਲਿਤ ਚਿਹਰਾ ਕਿਹਾ ਸੀ, ਜਦੋਂ ਚੰਨੀ ਹੋਰਾਂ ਨੂੰ ਦਲਿਤ ਚਿਹਰਾ ਕਾਂਗਰਸ ਨੇ ਬਣਾ ਦਿੱਤਾ, ਉਸ ਤੋਂ ਬਾਅਦ ਬੀਜੇਪੀ ਪਿੱਛੇ ਹਟ ਗਈ ਇਸ ਬਿਆਨ ਤੋਂ ਕਿ ਹੁਣ ਦਲਿਤ ਚਿਹਰੇ ਦੀ ਗੱਲ ਨਹੀਂ ਹੁੰਦੀ। ਉਹ ਬੈਕਫੁੱਟ ਤੋਂ ਬਾਅਦ ਲੱਗਿਆ ਤੁਹਾਨੂੰ? ਤੁਹਾਨੂੰ ਹੀ ਲੱਗਦਾ ਹੈ ਕਿ ਬੀਜੇਪੀ ਪਿੱਛੇ ਹਟ ਗਈ? ਅਸੀਂ ਤਾਂ ਕਦੀ ਨਹੀਂ ਕਿਹਾ ਬੀਜੇਪੀ ਪਿੱਛੇ ਹਟ ਗਈ ਹੈ। ਦੇਖੋ, ਜਿਹੜੇ ਦਲਿਤ ਚਿਹਰੇ ਵਾਲੀ ਗੱਲ ਸੀਗੀ, ਬੀਜੇਪੀ ਦੇ ਬਹੁਤ ਸਾਰੇ ਨੇਤਾਵਾਂ ਦਾ, ਬੀਜੇਪੀ ਦੀ ਪਾਰਟੀ ਦਾ ਉਹ ਬੜਾ ਇੱਕ ਸੁਨਿਯੋਜਿਤ ਮਤ ਸੀਗਾ ਔਰ ਬਹੁਤ ਸਾਰੇ ਸਾਡੇ ਨੇਤਾਵਾਂ ਨੇ ਉਸ ਗੱਲ ਨੂੰ ਸਾਰਵਜਨਿਕ ਮੰਚ ਤੇ ਵੀ ਕਿਹਾ ਹੈ।
ਲੇਕਿਨ ਕੌਣ ਮੁੱਖ ਮੰਤਰੀ ਬਣੇਗਾ, ਕਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ, ਇਹਦਾ ਨਿਰਣੇ, ਇਹਦਾ ਫੈਸਲਾ ਪਾਰਟੀ ਦੀ ਜਿਹੜੀ ਪਾਰਲੀਮੈਂਟਰੀ ਬੋਰਡ ਹੈ ਸਾਡੀ ਸੈਂਟਰਲ, ਉਹਨੇ ਕਰਨਾ ਹੁੰਦਾ। ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ? ਇਹਦਾ ਫੈਸਲਾ ਵੀ ਉਹੀ ਕਰੇਗੀ। ਬਹੁਤ ਸਾਰੀਆਂ ਸਟੇਟਾਂ 'ਚ ਅਸੀਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰਦੇ ਹਾਂ, ਬਹੁਤ ਸਾਰੀਆਂ ਸਟੇਟਾਂ 'ਚ ਅਸੀਂ ਬਿਨਾਂ ਚਿਹਰੇ ਤੋਂ ਵੀ ਚੁਣਾਵ ਲੜਿਆ। ਜਦੋਂ ਹਰਿਆਣੇ ਸਾਡੀ ਸਰਕਾਰ ਬਣੀ ਸੀ, ਅਸੀਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਚੁਣਾਵ ਲੜ ਕੇ ਸਰਕਾਰ ਬਣਾਈ ਸੀ। ਈਵਨ ਉੱਤਰ ਪ੍ਰਦੇਸ਼ 'ਚ ਅਸੀਂ 2/3 ਬਹੁਮਤ ਲਿਆ ਸੀ ਪਿਛਲੀ ਵਾਰੀ, ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਅਸੀਂ ਇਲੈਕਸ਼ਨ ਲੜੀ ਸੀ। ਕਹਿੰਦੇ ਸੋ ਇਹਦਾ ਫੈਸਲਾ EDCBI ਤੋਂ ਡਰਾਉਂਦੇ ਨੇ। ਸੁਖਪਾਲ ਖਹਿਰਾ ਹੋਰੀ ਲਗਾਤਾਰ ਇਲਜ਼ਾਮ ਲਗਾ ਰਹੇ, ਕਹਿੰਦੇ ਹੋਰ ਵੀ ਰਡਾਰ ਤੇ ਨੇ, ਔਰ ਅਗਰ ਕੋਈ ਆ ਗਿਆ ਠੀਕ ਹੈ, ਨਹੀਂ ਤਾਂ ਫਿਰ EDCBI ਪਿੱਛੇ ਲਾ ਦਿੰਦੇ। ਦੇਖੋ ਗੱਲ ਇਹ ਹੈ ਕਿ ਇਹਨਾਂ ਦੇ ਪਾਪ ਇਹਨਾਂ ਨੂੰ ਡਰਾ ਰਹੇ ਨੇ। ਨਾ ਤਾਂ EDI ਕਿਸੇ ਨੂੰ ਡਰਾ ਸਕਦੀ ਹੈ, ਨਾ CBI ਕਿਸੇ ਨੂੰ ਡਰਾ ਸਕਦੀ ਹੈ। ਤੁਹਾਨੂੰ ਮੈਨੂੰ ਡਰਾ ਸਕਦੀ ਹੈ? ਨਹੀਂ ਡਰਾ ਸਕਦੀ ਨਾ। ਇਹਨਾਂ ਦੇ ਪਾਪ ਇੰਨੇ ਕੀਤੇ ਹੋਏ ਨੇ, ਇਹਨਾਂ ਨੇ ਇੰਨੀ ਭ੍ਰਸ਼ਟਾਚਾਰ ਕੀਤਾ ਹੈ, ਇੰਨਾ ਮਾਫੀਆ ਰਾਜ ਕੀਤਾ ਹੈ ਕਿ ਇਹਨਾਂ ਦੇ ਪਾਪ ਹੀ ਇਹਨਾਂ ਨੂੰ ਡਰਾਈ ਜਾਂਦੇ ਨੇ। ਉਹ ਕਹਿੰਦਾ ਨਾ ਚੋਰ ਕੀ ਦਾੜੀ ਮੇਂ ਤਿਨਕਾ, ਸੋ ਇਹਨਾਂ ਦੀ ਦਾੜੀ ਤਾਂ ਪੂਰਾ ਝਾੜੂ ਹੈ, ਤਿਨਕਾ ਵੀ ਨਹੀਂ ਹੈ। ਸੋ ਇਹਨਾਂ ਦੇ ਪਾਪ ਇਹਨਾਂ ਨੂੰ ਡਰਾ ਰਹੇ ਨੇ। ਭਾਰਤੀ ਜਨਤਾ ਪਾਰਟੀ ਇਸ ਪ੍ਰਕਾਰ ਦੀਆਂ ਕਿਸੇ ਤਰ੍ਹਾਂ ਦੀਆਂ ਟੈਕਟਿਕਸ 'ਚ ਕਦੀ ਵਿਸ਼ਵਾਸ ਨਹੀਂ ਰੱਖਦੀ। ਅਸੀਂ ਆਪਣੇ ਪੋਜ਼ਿਟਿਵ ਏਜੰਡੇ ਤੇ ਹਮੇਸ਼ਾ ਚੱਲਦੇ ਹਾਂ। ਕੋਈ ਲਾਸਟ ਸਵਾਲ ਹੈ, ਕੋਈ ਮਾਰਜਨ ਲੈ ਕੇ ਚੱਲੇ ਹੋ? ਜਿਵੇਂ ਹਰਿਆਣੇ 'ਚ ਤੁਸੀਂ ਦਿੱਤਾ ਸੀ ਕਿ ਇੰਨੀਆਂ ਸੀਟਾਂ ਪਾਰ, ਯੂਪੀ ਦਿੱਤਾ 300 ਪਾਰ, ਪੰਜਾਬ 'ਚ ਕੋਈ ਨਾਰਾ ਹੋਏਗਾ ਕਿ ਇੰਨੀਆਂ ਸੀਟਾਂ ਪਾਰ? ਖਾਸੀਅਤ ਹੈ ਬੀਜੇਪੀ ਦੀ, ਖਾਸ ਕਰ ਅਮਿਤ ਸ਼ਾਹ ਤਾਂ ਪਹਿਲੇ ਹੀ ਕੈਲਕੂਲੇਟ ਕਰਕੇ ਰੱਖਦੇ ਨੇ। ਅਸੀਂ 75 ਪਾਰ 75 ਪਾਰ 75 ਪਾਰ ਬੀਜੇਪੀ ਪਰ ਹਰਿਆਣੇ 'ਚ ਹੋਈ ਨਹੀਂ ਸੀ। ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਸਵਾਲ, ਮੇਰਾ ਸਵਾਲ ਇਹ ਹੈ ਕਿ ਅੱਜ ਤੋਂ ਜੇ ਮਹੀਨਾ ਪਹਿਲਾਂ ਚਲੇ ਜਾਈਏ ਤੇ ਸਾਨੂੰ ਤਾਂ ਕਹਿੰਦੇ ਸੀ ਕਿ ਤੁਸੀਂ ਕਿਤੇ ਕੰਟੈਸਟ ਹੀ ਨਹੀਂ ਹੈਗੇ। ਅੱਜ ਬੀਜੇਪੀ ਜਿਸ ਢੰਗ ਨਾਲ ਪੂਰੇ ਇਸ ਚੋਣ ਮੈਦਾਨ ਦੇ ਵਿੱਚ ਆਈ ਹੈ, ਔਰ ਤੁਸੀਂ ਆਉਣ ਵਾਲੇ 15 ਦਿਨਾਂ ਬਾਅਦ ਹੋਰ ਮਾਹੌਲ ਚੇਂਜ ਕਰੋਗੇ। ਔਰ ਮੈਨੂੰ ਤਾਂ ਇਹ ਲੱਗਦਾ ਕਿ ਜਦ ਤੱਕ ਚੋਣਾਂ ਆਉਣੀਆਂ ਤੇ ਇੱਕ ਵੱਡਾ ਅੰਕੜਾ ਤੁਸੀਂ ਆਪ ਬੋਲੋਗੇ ਕਿ ਬੀਜੇਪੀ ਇੰਨੀਆਂ ਸੀਟਾਂ ਜਿੱਤ ਰਹੀ ਹੈ ਔਰ ਫੁੱਲ ਮੈਜੋਰਟੀ ਸਰਕਾਰ ਬਣਾ ਰਹੀ ਹੈ। ਕਿਉਂਕਿ ਪਤਾ ਕੀ ਹੈ ਪੰਕਜ ਜੀ, ਕਾਰਨ ਕੀ ਹੈ? ਅਸੀਂ ਇੱਕ ਹੋਰ ਵੀ ਗੱਲ ਕਹਿ ਰਹੇ ਹਾਂ, ਤੁਸੀਂ ਇਹ ਦੇਖਿਆ ਹੋਣਾ, ਅਸੀਂ ਕਹਿ ਰਹੇ ਹਾਂ ਕਿ ਪੰਜਾਬ 'ਚ ਡਬਲ ਇੰਜਨ ਸਰਕਾਰ ਚਾਹੀਦੀ ਹੈ, ਔਰ ਡਬਲ ਇੰਜਨ ਸਰਕਾਰ ਬਿਨਾ ਪੰਜਾਬ ਅੱਗੇ ਵਧ ਨਹੀਂ ਸਕਦਾ। ਕਿਉਂਕਿ ਪੰਜਾਬ ਨੂੰ ਇਸ ਢੰਗ ਨਾਲ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੇ ਖਾਈ 'ਚ ਤਾਰਿਆ, ਉਹਦੇ ਵਾਸਤੇ ਡਬਲ ਇੰਜਨ ਹੀ ਚਾਹੀਦਾ ਕਿ ਖਿੱਚ ਕੇ ਪੰਜਾਬ ਨੂੰ ਬਾਹਰ ਕੱਢੀਏ। ਇਸ ਕਰਕੇ ਜਦੋਂ ਕੇਂਦਰ ਦੀ ਸਰਕਾਰ, ਇਹ ਲੋਕ ਸਮਝਦੇ ਨੇ, ਇਹ ਆਮ ਪੰਜਾਬੀ ਗੱਲ ਸਮਝ ਰਿਹਾ ਹੈ ਕਿ ਜਿਸ ਢੰਗ ਨਾਲ ਪੰਜਾਬ ਨੂੰ ਪਿੱਛੇ ਧਕੇਲਿਆ ਗਿਆ ਉਹਦੇ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਰਹਿਣ ਵਾਲੀ ਹੈਗੀ ਹੈ। ਔਰ ਪੰਜਾਬ ਦੇ ਵਿੱਚ ਵੱਡਾ ਕੰਮ ਅਗਰ ਕੋਈ ਕਰ ਸਕਦੀ ਹੈ ਤੇ ਕੇਵਲ ਭਾਰਤੀ ਜਨਤਾ ਪਾਰਟੀ। ਧੰਨਵਾਦ ਜੀਵਨ ਜੀ, ਤੁਸੀਂ ਸਮਾਂ ਕੱਢਿਆ, ਸੁਭਾਸ਼ ਜੀ ਤੁਸੀਂ ਸਮਾਂ ਕੱਢਿਆ। ਔਰ ਏਜੰਡਾ ਪੰਜਾਬ 'ਚ ਹਰੇਕ ਸਿਆਸੀ ਪਾਰਟੀ ਤੋਂ ਸਵਾਲ ਪੁੱਛਿਆ ਜਾ ਰਿਹਾ ਹੈ, ਚਾਹੇ ਕਾਂਗਰਸ ਹੋਵੇ, ਬੀਜੇਪੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਕਿਉਂਕਿ 2022 ਦਾ ਫੈਸਲਾ ਪੰਜਾਬ ਦੀ ਜਨਤਾ ਨੇ ਕਰਨਾ। ਔਰ ਇਸ ਵੇਲੇ ਪਾਰਟੀਆਂ ਕੀ ਵਿਜ਼ਨ ਲੈ ਕੇ ਚੱਲ ਰਹੀਆਂ ਨੇ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਲਗਾਤਾਰ ਖਬਰਾਂ ਦਾ ਸਿਲਸਿਲਾ ਜਾਰੀ ਹੈ ਔਰ ਅੱਗੇ ਨਵੇਂ ਗੈਸਟ ਜਿਹੜੇ ਨੇ ਉਹ ਆਉਣਗੇ। ਧੰਨਵਾਦ।